ਆਪਾਂ 943 ਅੰਕ 'ਤੇ ਜਿਹੜੀ ਸਿੱਧ ਗੋਸ਼ਟ ਬਾਣੀ ਹੈਗੀ ਹੈ, ਸਿੱਧ ਗੋਸ਼ਟ ਇਹ ਗੁਰੂ ਨਾਨਕ ਸਾਹਿਬ ਦੀ ਜਿਹੜੀ ਸਿੱਧਾਂ ਦੇ ਨਾਲ ਗੋਸ਼ਟੀ ਹੋਈ ਹੈ। ਸਿੱਧ ਜਿਹੜੇ ਹੈਗੇ ਆ ਕਿੰਨੇ ਜਿਹੜੇ ਹੈਗੇ ਆ ਟਾਈਮ ਤੋਂ ਜਿਹੜੇ ਹੈਗੇ ਸੰਸਾਰ ਵੀ ਛੱਡ ਕੇ ਜਿਹੜੇ ਹੈਗੇ ਸਹੀ ਡਾਇਰੈਕਸ਼ਨ ਸਹੀ ਰਸਤਾ ਜਿਹੜਾ ਹੈਗਾ ਪਾਉਣੋਂ ਉਸ ਤੋਂ ਉਹ ਭਟਕੇ ਹੋਏ ਸੀਗੇ, ਖੁੱਸੇ ਹੋਏ ਸੀਗੇ। ਉਹ ਯੋਗ ਸਾਧਨਾ ਦੇ ਵਿੱਚ ਇਹ ਪ੍ਰਾਣਾਯਾਮ ਦੇ ਵਿੱਚ ਹੋਰ ਜਿਹੜੇ ਹੈਗੇ ਆ ਕਰਮ ਜਿਹੜੇ ਹੈਗੇ ਸਰੀਰਿਕ ਬਾਹਰੀ ਜਿਹੜੇ ਹੈਗੇ ਉਹਦੇ ਵਿੱਚ ਜਿਹੜੇ ਹੈਗੇ ਉਹਦੇ ਨਾਲ ਜਿਹੜੇ ਹੈਗੇ ਇਹ ਜਿਹੜੀ ਆਤਮਿਕ ਯਾਤਰਾ ਹੈਗੀ ਉਹ ਕਰਨ ਦੇ ਵਿੱਚ ਲੱਗੇ ਹੋਏ ਸੀਗੇ। ਅਤੇ ਉਹਨਾਂ ਨੂੰ ਜਿਹੜਾ ਹੈਗਾ ਮਹਾਰਾਜ ਨੇ ਗੁਰੂ ਨਾਨਕ ਸਾਹਿਬ ਨੇ ਸਹੀ ਗਿਆਨ ਦਿੱਤਾ, ਸਹੀ ਰਸਤਾ ਦੱਸਿਆ, ਸਹੀ ਜਾਂਚ ਦੱਸੀ। ਉਹ ਜਿਹੜੀ ਹੈਗੀ ਬਾਣੀ ਗੁਰੂ ਨਾਨਕ ਸਾਹਿਬ ਨੇ ਆਪ ਹੀ ਜਿਹੜਾ ਹੈਗਾ ਖੁਦ ਆਪਣੀ ਕਲਮ ਦੇ ਨਾਲ ਜਿਹੜੀ ਹੈਗੀ ਉਹਨੂੰ ਕਲਮਬੱਧ ਕੀਤਾ ਔਰ ਆਪਣੇ ਤੱਕ ਜਿਹੜੀ ਹੈਗੀ ਉਹ ਬਿਲਕੁਲ ਉਸੇ ਤਰ੍ਹਾਂ ਜਿਹੜੀ ਹੈਗੀ ਬਗੈਰ ਕਿਸੇ ਮਿਲਾਵਟ ਦੇ ਜਿਹੜੀ ਹੈਗੀ ਉਹ ਆਪਣੇ ਤੱਕ ਪਹੁੰਚ ਗਈ ਪਾਈ। ਇਹਦੇ ਵਿੱਚ ਦੇਖ ਲਓ 10 ਜਾਮੇ ਲੱਗੇ ਅਤੇ ਤਾਂ ਇਹ ਜਿਹੜੀ ਹੈਗੀ ਆ ਇਹ ਆਪਾਂ ਨੂੰ ਗਿਆਨ ਮਿਲਿਆ ਹੈ। ਅਸੀਂ 54ਵਾਂ ਜਿਹੜਾ 54th ਜਿਹੜਾ ਹੈਗਾ ਇਹ ਸਿੱਧ ਗੋਸ਼ਟ ਦਾ 54ਵਾਂ 54 ਅਤੇ 73 ਹੈ, ਪਤਾ ਨਹੀਂ 72 ਹੈਗੇ, ਚੈੱਕ ਕਰ ਲਾਂਗੇ ਆਪਾਂ ਅੱਜ ਸ਼ਾਇਦ। ਸਹਿਜ ਭਾਏ ਮਿਲੀਏ ਸੁਖ ਹੋਵੈ, ਗੁਰਮੁਖ ਜਾਗੈ ਨੀਂਦ ਨਾ ਸੋਵੈ। ਇਹਦੇ ਵਿੱਚ ਪਹਿਲਾਂ ਜਿਹੜੇ ਹੈਗੇ ਇਸ ਤੋਂ ਪਹਿਲਾਂ ਮਹਾਰਾਜ ਨੇ ਦੱਸਿਆ ਸੀਗਾ ਬਈ ਮਿਲਾਪ ਦੇ ਬਾਰੇ। ਇਹ ਦਸਮ ਦੁਆਰ ਜਿਹੜਾ ਹੈਗਾ ਕਿਵੇਂ ਜਿਹੜਾ ਹੈਗਾ ਦਸਮ ਦੁਆਰ ਖੁੱਲ੍ਹਦਾ ਹੈ। 9 ਸਰ ਸੁਬਰ 10ਵੇਂ ਪੂਰੇ ਤੈ ਅਨਹਦ ਸੁਨ ਵਜਾਵੇਂ ਤੂਰੇ। ਉਹ ਅਨਹਦ ਸੁਨ ਦਾ ਸ਼ਬਦ ਵੱਜਦਾ ਹੈ ਭਾਈ। ਸਾਚੇ ਰਾਚੇ ਦੇਖ ਹਜੂਰੇ। ਉਹ ਸੱਚ ਦੇ ਵਿੱਚ ਰਚ ਜਾਂਦੇ ਆ ਉਹ ਮਾਲਕ ਪਰਮਾਤਮਾ ਪ੍ਰਗਟ ਹੋ ਜਾਂਦਾ ਹੈ। ਘਟ ਸਾਚ ਰਿਹਾ ਭਰਪੂਰੇ। ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਉਹਦੀ ਜੋਤ ਜਿਹੜੀ ਹੈਗੀ ਹਰੇਕ ਘਟ ਦੇ ਵਿੱਚ ਉਹ ਸੱਚ ਹੈ, ਭਰਪੂਰ ਹੈਗਾ। ਗੁਪਤੀ ਬਾਣੀ ਪ੍ਰਗਟ ਹੋਏ ਇਸ ਤਰੀਕੇ ਦੇ ਨਾਲ ਗੁਪਤੀ ਬਾਣੀ ਜਿਹੜੀ ਹੈਗੀ ਆ ਉਹ ਪ੍ਰਗਟ ਹੋ ਜਾਂਦੀ ਹੈ, ਪ੍ਰੈਕਟੀਕਲ ਹੋ ਜਾਂਦਾ ਹੈ। ਜਿਹੜਾ ਹੈਗਾ ਇਸ ਤਰ੍ਹਾਂ ਜਿਹੜਾ ਹੈਗਾ ਆਪਣੇ ਵਿਚਾਰ ਬੰਦ ਕਰਦਾ ਹੈ ਧਿਆਨ ਸਿਮਰਨ ਦੇ ਦੁਆਰਾ, ਧਿਆਨ ਦੇ ਦੁਆਰਾ ਉਹਦੇ ਅੱਗੇ ਇਹ ਪ੍ਰੈਕਟੀਕਲ ਹੋ ਜਾਂਦਾ ਹੈ। ਗੁਪਤੀ ਬਾਣੀ ਪ੍ਰਗਟ ਹੋ ਜਾਂਦੀ ਹੈ। ਨਾਨਕ ਪਰਖ ਲਏ ਸੱਚ ਸੋਏ। ਉਹੀ ਪ੍ਰੈਕਟੀਕਲ ਕਰਦਾ ਹੈ। ਪਰਖਣਾ ਕੀ ਹੈ? ਪ੍ਰੈਕਟੀਕਲ ਕਰਨਾ। ਜੋ ਇਹ ਥਿਓਰੀ ਜੋ ਇਹ ਬਾਣੀ ਕਹਿ ਰਹੀ ਆ ਇਹ ਬਾਣੀ ਥਿਓਰੀ ਹੈਗੀ ਆ, ਇਹਨੂੰ ਪ੍ਰੈਕਟੀਕਲ ਕਰਾਂਗੇ ਅਤੇ ਇਹ ਪ੍ਰਤੱਖ ਹੋ ਜਾਏਗੀ। ਗੁਪਤੀ ਬਾਣੀ ਪ੍ਰਗਟ ਹੋਏ ਨਾਨਕ ਪਰਖ ਲਏ ਸੱਚ ਸੋਏ। ਉਹ ਸੱਚ ਹੋ ਜਾਏਗਾ ਭਾਈ। ਉਹ ਸੱਚ ਨੂੰ ਪਰਖ ਲਿਆ ਉਹਨੇ, ਸੱਚ ਹੋ ਗਿਆ, ਉਹ ਪਰਮਾਤਮਾ ਦਾ ਰੂਪ ਹੋ ਜਾਏਗਾ। ਇਸ ਤੋਂ ਅੱਗੇ ਜਿਹੜਾ ਹੈਗਾ ਹੁਣ 54ਵਾਂ ਆ ਗਿਆ। ਸਹਿਜ ਪਾਏ ਮਿਲੀਏ ਸੁਖ ਹੋਵੈ। ਇਸ ਤਰ੍ਹਾਂ ਜਿਹੜਾ ਹੈਗਾ ਇਹ ਕੰਮ ਜਿਹੜਾ ਹੈਗਾ ਸਹਿਜ ਦੇ ਵਿੱਚ ਹੋਣਾ ਹੈ। ਇੱਕਦਮ ਹੀ ਪੜਾਕਾ ਨਹੀਂ ਪੈਣਾ, ਇੱਕ ਦਿਨ 'ਚ ਜਿਹੜਾ ਕਾਂ ਨੇ ਹੰਸ ਨਹੀਂ ਹੋਣਾ। ਸਹਿਜ ਪਾਏ ਮਿਲੀਏ, ਪਾਏ ਭਾਵਨਾ ਹੋਣੀ ਚਾਹੀਦੀ ਹੈ, ਪਿਆਰ ਹੋਣਾ ਚਾਹੀਦਾ ਹੈ ਇਸ ਕੰਮ ਦੇ ਵਾਸਤੇ। ਤਾਂ ਜਿਹੜਾ ਹੈਗਾ ਇਹ ਪਰਮਾਤਮਾ ਦੇ ਨਾਲ ਇੱਕਮਿਕ ਹੁੰਦਾ ਹੈ, ਤਾਂ ਸੁਖ ਪ੍ਰਾਪਤ ਹੁੰਦਾ ਹੈ। ਸਹਿਜ ਪਾਏ ਮਿਲੀਏ ਸੁਖ ਹੋਏ ਔਰ ਸਹਿਜ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਕਿਵੇਂ? ਗੁਰਮੁਖ ਜਾਗੇ ਨੀਂਦ ਨਾ ਸੋਵੈ।
ਸਹਿਜ ਪਾਏ ਮਿਲੀਏ ਸੁਖ ਹੋਵੈ, ਗੁਰਮੁਖੇ ਜਾਗੇ ਨੀਂਦ ਨਾ ਸੋਵੇ। ਕਿਹੜਾ? ਕਿਹਨੂੰ? ਕਹਿੰਦੇ ਜਿਹੜਾ ਗੁਰੂ ਦੇ ਰਾਹੀਂ ਜਾਗਦਾ ਰਹਿੰਦਾ ਹੈ। ਫਿਰ ਜਾਗਦਾ ਰਹਿੰਦਾ, ਜਾਗਣਾ ਤਾਂ ਭਾਈ, ਨੀਂਦ ਤਾਂ ਫਿਰ ਨੀਂਦ ਨਾ ਸੋਵੇ। ਮਹਾਰਾਜ ਕਹਿੰਦੇ ਨੀਂਦ ਤਾਂ ਜ਼ਰੂਰੀ ਹੈ ਭਾਈ, ਨੀਂਦ ਦੇ ਬਗੈਰ ਤਾਂ ਕਮਲਾ ਹੋ ਜਾਊਗਾ ਆਦਮੀ। ਨੀਂਦ ਤਾਂ ਆਤਮਾ ਦੇ ਕੋਲ ਜਾਣਾ ਹੈ, ਨੀਂਦ ਤਾਂ ਲੈਣੀ ਹੈ। ਮਾਇਆ ਦੀ ਨੀਂਦ ਨਾ ਸੋਏ, ਬਸ ਅਵੇਸਲਾ ਨਾ ਹੋਏ। ਇਹ ਕਾਮ ਕ੍ਰੋਧ ਲੋਭ ਹੰਕਾਰ ਨੂੰ ਜਿਹੜਾ ਹੈਗਾ ਇਹ ਮਨ ਦੇ ਉੱਤੇ ਮਨ ਨੂੰ ਲੈ ਕੇ ਜਾਂਦੇ ਆ। ਮਨ ਦੇ ਮੋਢੇ 'ਤੇ ਹੱਥ ਰੱਖ ਕੇ ਇਹ ਜਿਹੜੇ ਮਨ ਨੂੰ ਸੁਆਦਾਂ ਦੇ ਵਿੱਚ ਲੈ ਕੇ ਜਾਂਦੇ ਆ, ਉਦੋਂ ਅਵੇਸਲਾ ਨਾ ਹੋਏ। ਉਦੋਂ ਮਨ ਨੂੰ ਸਵਾਲ ਪੁੱਛੇ, ਭਾਈ ਕਾਹਦੇ ਵਾਸਤੇ, ਕੀ ਆ ਤੇਰੀ ਇਹਦੀ ਜ਼ਰੂਰਤ ਹੈ ਤੈਨੂੰ? ਗੁਰਮੁਖ ਜਾਗੈ ਨੀਂਦ ਨਾ ਸੋਵੈ, ਸੁਨ ਸ਼ਬਦ ਅਪਰੰਪਰ ਧਾਰੈ। ਆਇਆ ਪਾਏ ਸ਼ਬਦ ਕੀ ਹੈ? ਆਹ ਸ਼ਬਦ ਜਿਹੜਾ ਹੈਗਾ ਅਨਹਦ ਸ਼ਬਦ, ਇਹਦੇ ਨਾਲ ਸੁਨ ਸ਼ਬਦ ਅਪਰੰਪਰ ਧਾਰਿਆ। ਅਪਰੰਪਰ ਕੌਣ ਹੈ? ਪਰਮਾਤਮਾ। ਇਹ ਸੁਨ ਸ਼ਬਦ ਜਿਹੜਾ ਹੈਗਾ, ਵਿਚਾਰ ਬੰਦ ਹੋ ਗਿਆ ਤੇ ਸੁਨ ਸ਼ਬਦ ਦੇ ਨਾਲ ਉਸ ਮਾਲਕ ਪਰਮਾਤਮਾ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਆ ਜਾਂਦਾ ਹੈ ਅੰਦਰ ਬਾਹਰ। ਵਿਚਾਰ ਬੰਦ ਹੋ ਗਏ, ਮਾਲਕ ਬਾਕੀ ਕੀ ਰਹਿ ਗਿਆ? ਬਾਕੀ ਤਾਂ ਪਰਮਾਤਮਾ ਰਹਿ ਗਿਆ, ਅਪਰੰਪਰ ਰਹਿ ਗਿਆ। ਸੁਨ ਸ਼ਬਦ ਅਪਰੰਪਰ ਧਾਰੈ, ਕਹਤੇ ਮੁਕਤ ਸ਼ਬਦ ਨਿਸਤਾਰੇ। ਜਿਹੜੇ ਵੀ ਕਹਤੇ ਕੀ ਆ, ਕਹਿਣਾ ਕੀ ਹੈਗਾ, ਜਿਹੜਾ ਪਰਖਣਾ ਸ਼ੁਰੂ ਕਰਤਾ ਜਿਹਨੇ, ਆਇਆ ਕਹਿਣਾ। ਕਹਤੇ ਮੁਕਤ ਸ਼ਬਦ ਨਿਸਤਾਰੇ, ਇਸ ਸ਼ਬਦ ਦੇ ਦੁਆਰਾ ਜਿਹੜੇ ਹੈਗੇ ਇਹ ਨਿਸਤਾਰਾ ਹੋਣਾ ਹੈ ਭਾਈ। ਸੱਚ ਔਰ ਝੂਠ ਦੀ ਪਰਖ ਹੋਣੀ ਹੈ, ਔਰ ਸੱਚ ਦੇ ਨਾਲ ਲੱਗ ਕੇ ਜਿਹੜਾ ਹੈਗਾ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਣਾ ਹੈ। ਨਿਸਤਾਰਾ। ਹੁਣ ਮਾਇਆ ਜਿਹੜੀ ਹੈਗੀ ਆਪਾਂ ਨੂੰ ਧੋਖਾ ਨਹੀਂ ਦੇ ਸਕਦੀ। ਇਹ ਜਿਹੜਾ ਭਰਮ ਜਿਹੜਾ ਹੈਗਾ ਇਹ ਨਹੀਂ ਆਏਗਾ ਆਡੇ। ਹੁਣ ਮਾਇਆ ਜਿਹੜੀ ਜ਼ੋਰ ਪਾਏਗੀ ਉਹ ਕੁਛ ਨਹੀਂ ਕਰ ਪਾਏਗੀ, ਕਿਉਂਕਿ ਜਾਗਿਆ ਹੋਇਆ ਅਗਲਾ। ਉਹਦੇ ਕੋਲ ਗੁਰੂ ਦੀ ਦੀਖਿਆ ਹੈਗੀ ਆ, ਗੁਰੂ ਦੀ ਮੱਤ ਹੈਗੀ ਉਹਦੇ ਕੋਲ। ਗੁਰੂ ਦੀ ਮੱਤ ਦੇ ਨਾਲ ਜਾਗਿਆ, ਚੌਕਸ ਹੈਗਾ, ਮਨ ਨੂੰ ਦੇਖਦਾ ਹੈ। ਕਹਾਂ ਚਲੋ ਮਨ, ਰਹੋ ਕਰੇ। ਕਿੱਧਰ ਨੂੰ? ਕਾਹਦੇ ਵਾਸਤੇ ਇਹ ਆਊਟਿੰਗ ਚਾਹੀਦੀ ਹੈ ਤੈਨੂੰ? ਕਿਉਂ ਚਾਹੀਦਾ ਇਹ ਅੱਖਾਂ ਦਾ? ਕਿਉਂ ਚਾਹੀਦਾ ਕੰਨਾਂ ਦਾ? ਕਿਉਂ ਚਾਹੀਦਾ ਇਹ ਜੀਭ ਦਾ? ਕਾਹਦੇ ਲਈ ਚਾਹੀਦਾ ਸਵਾਦ? ਸੁਨ ਸ਼ਬਦ ਅਪਰੰਪਰ ਧਾਰੈ, कहते मुकत शब्दे निस्तारे। गुर की दीख्या से सच राते। आया भाई गुरु की दीख्या। होर जिहड़े हैगे पंजां प्यारिਆਂ ਤੋਂ ਆਪਾਂ ਨੇ ਅੰਮ੍ਰਿਤ ਛਕ ਲਿਆ, ਬਈ ਦੀਖਿਆ ਲੈ ਲਈ, ਹੋ ਗਏ ਗੁਰੂ ਵਾਲੇ? ਨਾ ਬਈ ਨਾ। ਉਹ ਤਾਂ ਤੁਸੀਂ ਜਿਹੜੇ ਹੈਗੇ ਕਮਿਟਮੈਂਟ ਕੀਤੀ ਹੈ ਵੀ ਮੈਂ ਜਿਹੜਾ ਹੈਗਾ ਆਹ ਜਿਹੜੇ ਗੁਰੂ ਗ੍ਰੰਥ ਸਾਹਿਬ ਹੈਗੇ, ਆਹ ਗਿਆਨ ਹੈਗਾ ਜਿਹੜਾ, ਇਹਨੂੰ ਮੈਂ ਆਪਣਾ ਗੁਰੂ ਮੰਨਦਾ ਹਾਂ। ਹਾਲੇ ਗੁਰੂ ਮੰਨਦਾ ਹੈ ਕਿਆ ਆ? ਕਮਿਟਮੈਂਟ ਹੋਈ ਹੈ, ਹਾਲੇ ਮੰਨਿਆ ਨਹੀਂ। ਗੁਰ ਕੀ ਦੀਖਿਆ ਸੇ ਸੱਚੇ ਰਾਤੇ। ਜਿਨ੍ਹਾਂ ਕੋਲ ਗੁਰੂ ਦੀ ਦੀਖਿਆ ਉਹ ਸੱਚ ਦੇ ਵਿੱਚ ਰੱਤੇ ਜਾਂਦੇ ਆ ਭਾਈ, ਪ੍ਰੈਕਟੀਕਲ ਕਰਦੇ ਆ। ਨਾਨਕ ਆਪ ਗਵਾਏ ਮਿਲਣ ਨਹੀਂ ਭ੍ਰਾਂਤੇ। ਉੱਥੇ ਭ੍ਰਾਂਤ ਨਹੀਂ ਰਹੇਗੀ, ਉੱਥੇ ਮਿਲਾਪ ਹੋਏਗਾ, ਉੱਥੇ ਹਉਮੈ ਚਲੀ ਜਾਏਗੀ। ਉੱਥੇ ਮਾਇਆ, ਭ੍ਰਾਂਤ, ਪਰਮ, ਧੋਖਾ, ਟਰੈਪ ਉਹ ਨਹੀਂ ਜਿਹੜਾ ਹੈਗਾ ਰਸਤੇ ਨੂੰ ਰੋਕ ਸਕਦੀ। ਨਾਨਕ ਆਪ ਇੱਥੇ ਹਉਮੈ ਜਾਂਦੀ, ਆਪ ਜਾਂਦੀ ਇਸ ਤਰੀਕੇ ਦੇ ਨਾਲ। ਨਾਨਕ ਆਪ ਗਵਾਏ ਮਿਲਣ ਨਹੀਂ ਭ੍ਰਾਂਤੇ। ਹੁਣ ਸਿੱਧਾਂ ਦਾ ਹੋਰ ਕੁਐਸਚਨ ਆ ਗਿਆ। ਕੁਬੁੱਧ ਚਵਾਵੈ ਸੋ ਕਿਤ ਠਾਏ। ਕਹਿੰਦੇ ਭੈੜੀ ਮੱਤ ਜਿਹੜੀ ਹੈਗੀ, ਕੁਬੁੱਧੀ ਜਿਹੜੀ ਹੈਗੀ ਆ, ਮਾੜੇ ਪਾਸੇ ਲਿਜਾਣ ਵਾਲੀ ਮੱਤ ਜਿਹੜੀ ਹੈਗੀ ਆ। ਪਰਮਜੀਤ ਜੀ ਤੁਸੀਂ ਕੁਝ ਕਹਿਣਾ ਚਾਹ ਰਹੇ ਹੋ? ਪਰਮਜੀਤ। ਕੁਬੁੱਧ ਚਵਾਵੈ ਸੋ ਕਿਤ ਠਾਏ। ਕੁਬੁੱਧ ਭੈੜੀ ਮੱਤ ਜਿਹੜੀ ਮਾਇਆ ਵੱਲ, ਚੋਗੇ ਵੱਲ, ਸਵਾਦਾਂ ਵੱਲ ਪ੍ਰੇਰਦੀ ਹੈ। ਦੂਜੇ ਦਾ ਹੱਕ
ਖੋਣ ਨੂੰ ਕਹਿੰਦੀ ਹੈ, ਦੂਜੇ ਦੇ ਘਰ 'ਚ ਭੱਜਦੀ ਹੈ। ਕੁਬੁੱਧ ਚਬਾਵੈ, ਕਿਵੇਂ ਉਹ ਚਬਾਈ ਜਾਏ, ਕਿਵੇਂ ਨਾਸ਼ ਕੀਤਾ ਜਾਏ ਉਹਦਾ। ਸੋ ਕਿਤ ਠਾਏ, ਕਿਸ ਤਰੀਕੇ ਦੇ ਨਾਲ, ਕਿਹੜਾ ਸਾਧਨ ਹੈ ਇਹ ਕੁਬੁੱਧੀ ਨੂੰ ਚਬਾਉਣ ਦਾ। ਕਿਉਂ ਤੱਤ ਨਾ ਬੂਝੈ ਚੋਟਾਂ ਖਾਏ, ਕਿਉਂ ਇਨਸਾਨ ਜਿਹੜਾ ਹੈਗਾ ਤੱਤ ਨਹੀਂ ਬੁੱਝਦਾ ਭਾਈ। ਕਾਹਦੇ ਵਾਸਤੇ ਜਿਹੜਾ ਹੈਗਾ ਉਹ ਧਰਮਰਾਜ ਦੇ ਚੰਗੁਲ ਤੋਂ ਨਿਕਲਦਾ ਹੀ ਨਹੀਂ ਹੈਗਾ। ਕਾਹਦੇ ਵਾਸਤੇ ਜਿਹੜਾ ਹੈਗਾ ਆਪਾਂ 84 ਲੱਖ ਜੂਨਾਂ ਦੇ ਵਿੱਚ ਹੀ ਘੁੰਮੀ ਜਾ ਰਹੇ ਹਾਂ। ਕਾਹਦੇ ਵਾਸਤੇ ਮਾਰ ਖਾ ਰਹੇ ਹਾਂ ਭਾਈ। ਕਿਉਂ ਤੱਤ ਨਾ ਬੂਝੈ, ਕਿਉਂ ਨਹੀਂ ਆਪਾਂ ਤੱਤ ਬੁੱਝ ਪਾ ਰਹੇ। ਕਿਉਂ ਆਪਾਂ ਸਵਾਦਾਂ ਦੇ ਵਿੱਚ ਬਾਰ-ਬਾਰ ਘੁੰਮ ਰਹੇ ਹਾਂ। ਕਿਉਂ ਤੱਤ ਨਾ ਬੂਝੈ ਚੋਟਾਂ ਖਾਏ, ਕਿਉਂ ਬਾਰ-ਬਾਰ ਜਿਹੜਾ ਜੂਨਾਂ ਦੇ ਵਿੱਚ ਜਾ ਕੇ ਚੋਟਾਂ ਖਾਂਦੇ ਆ ਭਾਈ। ਜਮ ਦਰ ਬਾਧੇ ਕੋਈ ਨਾ ਰਾਖੇ, ਔਰ ਜਮ ਦੇ ਦਰ ਤੇ ਮਾਇਆ ਜਿਹੜੀ ਹੈਗੀ ਇਹ ਮੋਹ ਜਿਹੜਾ ਹੈਗਾ ਇਹ ਕਾਰਨ ਸ਼ਰੀਰ ਦੇ ਨਾਲ ਬੱਝੇ ਹੋਏ ਜਿਹੜੇ ਹੈਗੇ, ਉੱਥੇ ਕੋਈ ਸੁਣਦਾ ਹੀ ਨਹੀਂ ਪੁਕਾਰ ਆਪਣੀ। ਜਮ ਦਰ ਬਾਧੇ ਕੋਈ ਨਾ ਰਾਖੈ ਬਿਨ, ਕਿਉਂਕਿ ਉਹ ਤਾਂ ਹੋ ਗਿਆ ਤੁਹਾਡਾ ਆਪਣਾ ਜਿਹੜਾ ਹੈਗਾ ਰੱਖਣ ਵਾਲਾ ਕੰਮ। ਆਪਾਂ ਨੇ ਟਾਈਮ ਜਿਹੜਾ ਮਨੁੱਖੀ ਜੂਨ ਗਵਾ ਦਿੱਤੀ, ਉਹ ਤਾਂ ਫਿਰ ਉਸ ਤੋਂ ਬਾਅਦ ਤਾਂ ਰਿਜ਼ਲਟ ਹੈਗਾ ਭਾਈ। ਹਾਲੇ ਆਪਣੇ ਕੋਲ ਚਾਂਸ ਹੈਗਾ, ਹਾਲੇ ਇਹ ਬੰਨੇ ਤੋਂ ਨਿਕਲ ਸਕਦੇ ਹਾਂ। ਉੱਥੇ ਪੁਕਾਰ ਕਰਾਂਗੇ ਤੇ ਕੁਛ ਨਹੀਂ ਹੋਣਾ। ਫਿਰ ਜਮ ਦਰ ਬਾਧੇ ਕੋਈ ਨਾ ਰਾਖੈ ਬਿਨ ਸ਼ਬਦ ਨਾ ਹੀ ਪਤ ਸਾਖੈ। ਆ ਸ਼ਬਦ ਆ ਗਿਆ। ਸ਼ਬਦ ਕੀ ਹੈ? ਸ਼ਬਦ ਦਾ ਕੋਈ ਅੱਖਰ ਥੋੜੀ ਨਾ ਹੈਗਾ। ਸ਼ਬਦ ਜਿਹੜਾ ਹੈਗਾ ਉਹ ਸੁਣਨ ਦਾ ਸ਼ਬਦ ਹੈਗਾ। ਸ਼ਬਦ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਸ਼ਬਦ ਹੈਗਾ। ਸ਼ਬਦ ਰੂਪਿਆ ਮਾਲਕ ਪਰਮਾਤਮਾ। ਕੁਬੁੱਧ ਚਬਾਵੈ ਸੋ ਕਿਤ ਠਾਏ, ਕਿਉਂ ਤੱਤ ਨਾ ਬੂਝੈ ਚੋਟਾਂ ਖਾਏ। ਜਮ ਦਰ ਬਾਧੇ ਕੋਈ ਨਾ ਰਾਖੈ ਬਿਨ ਸ਼ਬਦੇ ਨਾ ਹੀ ਪਤ ਸਾਖੈ। ਕੋਈ ਸਾਖਾ ਨਹੀਂ ਹੈਗੀ, ਕੋਈ ਪਤ ਨਹੀਂ ਹੈਗੀ ਭਾਈ, ਕੋਈ ਵੈਲਿਊ ਹੀ ਨਹੀਂ ਹੈ ਇਨਸਾਨ ਦੀ। ਆਪਣੇ ਮਨੁੱਖੀ ਸਰੀਰ ਦੀ ਕੀ ਵੈਲਿਊ ਹੈਗੀ ਆ? ਸ਼ਬਦ ਨਹੀਂ ਹੈ, ਧਿਆਨ ਸਿਮਰਨ ਨਹੀਂ ਹੈਗਾ, ਉਹ ਸ਼ਬਦ ਅੰਦਰ ਪ੍ਰਗਟ ਨਹੀਂ ਹੈ। ਸਰੀਰ ਜਿਹੜੇ ਪ੍ਰਕਿਰਤੀ ਜਿਹੜੀ ਹੈਗੀ, ਸਰੀਰ ਜਿਹੜਾ ਹੈਗਾ ਬਸ ਇਹਦੇ ਵਿੱਚ ਕਹਿ ਦਿਆ। ਇਸ ਤੋਂ ਕਹਿੰਦੇ ਕੱਖ ਨਹੀਂ ਹੈ ਤੇਰੇ ਪੱਲੇ ਦੇ ਵਿੱਚ, ਕੱਖ ਨਹੀਂ ਹੈ ਤੇਰੇ ਕੋਲ, ਕੋਈ ਪੱਤ ਨਹੀਂ ਤੇਰੀ, ਕੋਈ ਸਾਖਾ ਨਹੀਂ ਹੈ ਤੇਰੀ, ਕੋਈ ਵੈਲਿਊ ਨਹੀਂ ਹੈ ਤੇਰੀ, ਕੋਈ ਸੇ ਨਹੀਂ ਹੈਗੀ। ਬਿਨ ਸ਼ਬਦ ਹੈ ਨਾ ਹੀ ਪਤ ਸਾਖਾ। ਕਿਉਂ ਕਰ ਬੂਝੈ ਪਾਵੈ ਪਾਰ। ਕਿਸ ਤਰ੍ਹਾਂ ਬੂਝੇਗਾ ਭਾਈ? ਆ ਸਿੱਧਾ ਨੇ ਕੁਐਸਚਨ ਪੁੱਛੇ ਹੈ ਭਾਈ। ਕੋਈ ਵੈਲਿਊ ਨਹੀਂ ਹੈ, ਕਹਿੰਦੇ ਫਿਰ ਪਾਰ ਕਿਵੇਂ ਪਾਏਗਾ ਭਾਈ? ਮਾਫ ਕਰਨਾ ਜੀ, ਸ਼ਾਖਾ ਦੇ ਨਾਲ ਵੀਰ ਜੀ, ਸ਼ਾਖਾ ਦੇ ਨਾਲ ਪੱਤੇ ਨਹੀਂ ਹੈ ਮਤਲਬ? ਨਹੀਂ ਵੀਰ ਜੀ, ਨਹੀਂ। ਸ਼ਾਖਾ ਦਾ ਮਤਲਬ ਹੈ ਨਹੀਂ ਮੈਂ ਸਾਖੀ ਕਹਿੰਦੇ ਆ। ਸਾਖਾ ਕੀ? ਹੁਣ ਦੇਖੋ ਬਈ ਤੁਹਾਡੀ ਵੈਲਿਊ ਕੀ ਹੈਗੀ, ਸਾਖਾ ਕੀ ਹੈਗੀ, ਤੁਹਾਡੀ ਸੇ ਕੀ ਹੈਗੀ ਆ? ਬਿਨ ਸ਼ਬਦੇ ਨਾ ਹੀ ਪਤ ਸਾਖਾ। ਇੱਜ਼ਤ ਉੱਥੇ ਪੱਤੇ ਤੇ ਸ਼ਾਖਾ ਕੀ ਕਰਨੀ? ਆਪਣੀ ਪੱਤੇ ਸ਼ਾਖਾ ਕਾਹਦੀ ਹੈ? ਕਿਉਂ ਕਰ ਬੂਝੈ ਪਾਵੈ ਪਾਰ। ਹੁਣ ਇੱਥੇ ਜਿਹੜਾ ਹੈਗਾ ਇਹ ਆਨਸਰ ਹੈਗਾ ਜੀ, ਇਹਦੇ ਵਿੱਚ ਆਨਸਰ ਹੈਗਾ। ਕਿਉਂ ਕਰ ਬੂਝੈ ਪਾਵੈ ਪਾਰ, ਜਾਂ ਨਾਨਕ ਮਨਮੁਖ ਨਾ ਬੂਝੈ ਗਵਾਰ। ਇੱਥੇ ਆਨਸਰ ਹੈਗਾ। ਦੇਖੋ, ਕਿਉਂ ਕਰ ਬੂਝੇ ਪਾਵੈ ਪਾਰ, ਕਹਿੰਦੇ ਕਿਵੇਂ ਬੁੱਝੇ ਔਰ ਸੰਸਾਰ ਸਮੁੰਦਰ ਤੋਂ ਪਾਰ ਚਲੇ ਜਾਏ। ਇਹ ਕੁਐਸਚਨ ਹੀ, ਚਲੋ ਕੁਐਸਚਨ ਤੇ ਆਨਸਰ ਇੱਥੇ ਆ ਗਿਆ। ਨਾਨਕ ਮਨ ਮੁਕੇ ਨਾ ਬੂਝੈ ਗਵਾਰ। ਬਸ ਕਹਿੰਦੇ ਪ੍ਰੋਬਲਮ ਇੱਥੇ ਆਏਗੀ ਭਾਈ। ਮਨ ਦੇ ਪਿੱਛੇ ਮਨ ਜੋ ਕਹਿੰਦਾ ਆ ਉਸ ਦੇ ਹਿਸਾਬ ਦੇ ਨਾਲ ਚੱਲਦੇ ਆ ਆਪਾਂ, ਨਹੀਂ ਬੁੱਝਦੇ, ਇਸ ਕਰਕੇ ਗਵਾਰ ਰਹਿੰਦੇ ਆ। ਆਪਣੀ ਵਿਵੇਕ ਬੁੱਧੀ ਨਹੀਂ ਆਉਂਦੀ ਆਪਣੇ ਕੋਲ, ਇਸ ਕਰਕੇ ਆ ਸਾਰਾ ਦਾ ਸਾਰਾ ਜਿਹੜਾ ਹੈਗਾ ਪ੍ਰੋਬਲਮ ਆਉਂਦੀ ਹੈ ਭਾਈ। ਕਿਉਂਕਿ ਤੱਤ ਨਹੀਂ ਬੁੱਝਦੇ, ਝੋਟਾਂ ਖਾਂਦੇ ਆ ਭਾਈ। ਪਤ ਸਾਖਾ ਹੈ ਨਹੀਂ ਗੀ, ਕੁਬੁੱਧੀ ਜਾਂਦੀ ਨਹੀਂ ਹੈਗੀ। ਕੁਬੁੱਧ ਮਿਟੈ ਗੁਰ ਸ਼ਬਦ ਵਿਚਾਰ। ਲਓ, ਮਨ ਮੁਖ ਤੋਂ ਗੁਰਮੁਖ, ਗੁਰਮੁਖ ਹੋ ਗਏ। ਗੁਰ ਸ਼ਬਦ ਵਿਚਾਰ ਕੌਣ ਕਰੇਗਾ? ਗੁਰ ਸ਼ਬਦ ਵਿਚਾਰ
ਜਿਹੜਾ ਗੁਰੂ ਦੇ ਵੱਲ ਜਿਹਦਾ ਮੂੰਹ ਹੋਏਗਾ, ਜਿਹੜਾ ਗੁਰੂ ਦੀ ਮੱਤ 'ਤੇ ਤੁਰਦਾ ਹੈ, ਜਿਹੜਾ ਗੁਰੂ ਦੇ ਸ਼ਬਦ ਨੂੰ ਸ਼ਬਦ ਜਿਹੜੇ ਹੈਗੇ ਆ ਵੀ ਸ਼ਬਦ ਹੈਗੇ ਆ, ਔਰ ਉਹ ਜਿਹੜਾ ਹੈਗਾ ਸ਼ਬਦ ਜਿਹੜਾ ਹੈਗਾ ਸੁਣਨ ਦਾ ਸ਼ਬਦ ਵੀ ਹੈਗਾ, ਉਹ ਅਨਹਦ ਸ਼ਬਦ ਜਿਹੜਾ ਪਰਮਾਤਮਾ ਵੀ ਹੈਗਾ ਸ਼ਬਦ ਰੂਪ। ਅੱਖਰ ਤਾਂ ਆਹੀ ਹੈਗਾ ਭਾਈ, ਇਹਦੇ ਨਾਲ ਹੀ ਬੋਲਣਾ, ਇਹਦੇ ਨਾਲ ਹੀ ਦੱਸਣਾ ਹੈ। ਕੁਬੁੱਧ ਮਿਟੈ ਗੁਰ ਸ਼ਬਦ ਵਿਚਾਰ, ਸਤਿਗੁਰ ਭੇਟੈ ਮੋਖ ਦੁਆਰ। ਆਇਆ ਭਾਈ ਸਤਿਗੁਰੂ ਨੂੰ ਭੇਟਣਾ, ਸ਼ਬਦ ਨੂੰ ਵਿਚਾਰ ਲਿਆ, ਉਹਦੇ ਅਨੁਸਾਰ ਚੱਲ ਪਏ ਤੇ ਸਤਿਗੁਰੂ ਨੂੰ ਭੇਟਣਾ ਹੋ ਗਿਆ ਤੇ ਮੁਕਤੀ ਦਾ ਦਰਵਾਜ਼ਾ ਲੱਭ ਜਾਏਗਾ, ਮੁਕਤ ਹੋ ਜਾਏਗਾ ਇਨਸਾਨ। ਪਰ ਕਿਉਂ ਨਹੀਂ ਹੁੰਦਾ ਇਸ ਤਰ੍ਹਾਂ? ਕੀ ਪ੍ਰੋਬਲਮ ਹੈਗੀ? ਤਤ ਨਾ ਚੀਨੈ, ਕਹਿੰਦੇ ਗੁਰੂ ਤਾਂ ਦੱਸ, ਇਹ ਗਿਆਨ ਗੁਰੂ ਦਾ ਹੈਗਾ। ਗੁਰੂ ਜਿਹੜਾ ਹੈਗਾ ਵਿਚਾਰ ਹੀ ਨਹੀਂ ਕਰਦਾ ਇਨਸਾਨ, ਤਤ ਨੂੰ ਚੀਨਦਾ ਹੀ ਨਹੀਂ ਹੈ ਵੀ ਤਤ ਕੀ ਹੈਗਾ ਤੇ ਫੋਕ ਕੀ ਹੈਗਾ। ਫੋਕ ਦੇ ਉੱਤੇ ਦੇ ਦਨਾਦਨ ਸ਼ੁਰੂ ਹੋ ਜਾਂਦਾ ਹੈ। ਤਤ ਨਾ ਚੀਨੇ ਮਨਮੁਖ ਜਲ ਜਾਏ, ਇੱਥੇ ਮਨਮੁਖ ਜਿਹੜਾ ਹੈਗਾ ਸਿਹਾਰੀ ਨਹੀਂ ਹੈ, ਸਿਸਟਮ ਨਹੀਂ ਹੈ, ਮਨਮੁਖ ਨਾਉਨ ਹੈਗਾ। ਮਨ ਦੇ ਪਿੱਛੇ ਚੱਲਣ ਵਾਲਾ ਜਿਹੜਾ ਹੈਗਾ, ਪਾਰਟੀਕੂਲਰਲੀ ਲਿਖਿਆ ਖੱਖੇ ਨੂੰ ਔਂਕੜ ਲਗਾ ਕੇ, ਕਹਿੰਦੇ ਉਹਦਾ ਮਨੁੱਖੀ ਜੂਨ ਸੜ ਜਾਏਗੀ ਭਾਈ, ਉਹਦੀ ਮਨੁੱਖੀ ਜੂਨ ਸੜ ਜਾਏਗੀ, ਉਹਦੀ ਕਬੁੱਧੀ ਨਹੀਂ ਜਾਏਗੀ। ਉਹ ਬੰਨਿਆ ਦਮ ਜਮ ਦੇ ਦਰ 'ਤੇ ਬੰਨਿਆ ਚੋਟਾਂ ਖਾਏਗਾ, ਉਹਦੀ ਕੋਈ ਪੱਤ ਸਾਖਾ ਨਹੀਂ ਹੈਗੀ। ਅਸੀਂ 943 ਅੰਗ 'ਤੇ ਹੈਗੇ ਭਾਈ, ਲੇਟ ਆਏ ਜਿਹੜੇ ਹੈਗੇ 56ਵਾਂ ਲੈ ਰਹੇ ਹਾਂ ਸਿੱਧ ਗੋਸ਼ਟ ਦਾ। ਕੁਬੁੱਧ ਮਿਟੈ ਗੁਰ ਸ਼ਬਦ ਵਿਚਾਰ, ਸਤਿਗੁਰ ਭੇਟੈ ਮੋਖ ਦੁਆਰ। ਬਸ ਜਿਹਨੇ ਗੁਰੂ ਨੂੰ ਭੇਟਣਾ ਕੀ ਹੈ, ਗੁਰੂ ਦੀ ਮੱਤ ਲੈ ਲੈਣੀ, ਉਹਦੇ ਅਨੁਸਾਰ ਜਿਹੜਾ ਹੈਗਾ ਆਪਣਾ ਜੀਵਨ ਚਲਾਉਣਾ। ਮਨ ਦੀ ਮੱਤ ਹੈਗੀ, ਮਨ ਬਾਹਰ ਮੁਖੀ ਹੈ, ਪਦਾਰਥਾਂ ਦੇ ਵਿੱਚ, ਆਕਾਰ ਦੇ ਵਿੱਚ, ਇਹ ਸਵਾਦਾਂ ਦੇ ਵਿੱਚ। ਔਰ ਗੁਰੂ ਜਿਹੜੇ ਹੈਗੇ, ਉਹ ਬ੍ਰਹਮ ਗਿਆਨੀ ਜਿਹੜੇ ਹੈਗੇ, ਉਹਨਾਂ ਦੀ ਮੱਤ ਅੰਤਰ ਆਤਮਾ ਵੱਲ ਨੂੰ ਯਾਤਰਾ ਹੈ, ਪਰਮਾਤਮਾ ਵੱਲ ਨੂੰ ਯਾਤਰਾ ਹੈ। ਉਹ ਨਿਕਲਣ ਦਾ ਰਸਤਾ ਹੈਗਾ, ਇਹ ਬੰਨਣ ਦਾ ਰਸਤਾ ਹੈਗਾ। ਤਤ ਨਾ ਚੀਨੇ ਮਨਮੁਖ ਜਲ ਜਾਏ, ਦੁਰਮਤ ਵਿਛੜ ਚੋਟਾਂ ਖਾਏ। ਆਲੋ ਕੁਬੁੱਧ ਦੁਰਮਤ ਇੱਕੋ ਹੀ ਚੀਜ਼ ਹੈ। ਪੈੜੀ ਮਤ ਰਹੇਗੀ ਉਹਦੇ ਅੰਦਰ, ਕਿਉਂਕਿ ਮਨ ਹੈਗਾ। ਮਨ ਤਾਂ ਕਹਿੰਦਾ ਆ ਵੀ ਦੇ ਪਤੰਦਰਾ, ਆ ਵੀ ਦੇ, ਹਰ ਚੀਜ਼ ਦੇ ਮੈਨੂੰ। ਮਨ ਤਾਂ ਐਸਾ ਹੈਗਾ, ਕਹਿੰਦਾ ਕਿ ਕਾਜੂ ਬਦਾਮ ਕਿਸ਼ਮਿਸ਼ ਹੋ ਗਏ ਨਾ, ਤੇ ਕਹਿੰਦਾ ਦੂਸਰੇ ਕੋਲ, ਗਰੀਬ ਕੋਲ, ਵਿਚਾਰੇ ਕੋਲ ਮੂੰਗਫਲੀ ਖਾ ਰਿਹਾ, ਮਜ਼ਾ ਮਿਲੀ ਉਹਨੂੰ, ਦਾਣੇ ਹੈਗੇ, ਕਹਿੰਦਾ ਆ ਦੇ ਮੈਨੂੰ, ਉਹ ਦਾਣੇ ਚਾਹੀਦੇ, ਮੈਨੂੰ ਮੂੰਗਫਲੀ ਚਾਹੀਦੀ, ਮੈਨੂੰ ਕਾਜੂ ਬਦਾਮ ਨਹੀਂ ਚਾਹੀਦੇ। ਦੂਜੇ ਦੀ ਥਾਲੀ ਦਾ ਲੱਡੂ ਜਿਹੜਾ ਹੈਗਾ ਵੱਡਾ ਲੱਗਦਾ ਹੈ, ਬਦਲਾ ਦਿੰਦਾ ਹੈ ਕਾਜੂ ਬਦਾਮ, ਸੁੱਟ ਦਿੰਦਾ ਹੈ ਕਾਜੂ ਬਦਾਮ। ਆਇਆ ਮਨ ਦੁਰਮਤ ਵਿਛੜ ਚੋਟਾਂ ਖਾਏ, ਤਤ ਨਾ ਚੀਨੇ ਮਨਮੁਖ ਜਲ ਜਾਏ। ਦੁਰਮਤ ਵਿਛੜ ਚੋਟਾਂ ਖਾਏ, ਪੈੜੀ ਮਤ ਦੇ ਨਾਲ ਵਿਛੜ ਕੇ ਚੋਟਾਂ ਖਾਂਦਾ ਹੈ। ਤਾਂ ਭਾਈ ਧਰਮਰਾਜ ਨੂੰ ਕੋਈ ਉਹ ਥੋੜ੍ਹੀ ਨਾ ਹੈਗਾ, ਇਹਦੇ ਨਾਲ ਕੋਈ ਜਿਹੜੀ ਹੈਗੀ ਆ ਕੋਈ ਰੰਜਿਸ਼। ਮਾਨੇ ਹੁਕਮ ਸਭੇ ਗੁਣ ਗਿਆਨ। ਆ ਲਓ ਗੁਰੂ ਦੀ ਮੱਤ ਮੰਨ ਲੈ, ਆ ਹੁਕਮ ਹੈਗਾ ਭਾਈ, ਜੋ ਮਾਲਕ ਦਾ ਹੁਕਮ। ਮਾਲਕ ਗੁਰੂ ਕਿੱਥੇ ਦੱਸਦਾ? ਗੁਰੂ ਤਾਂ ਕਹਿੰਦਾ ਵੀ ਮਾਲਕ ਨੇ ਆਹ ਰਸਤਾ ਰੱਖਿਆ ਹੋਇਆ, ਆਹ ਰਸਤਾ ਬਣਾਇਆ ਮਾਲਕ ਨੇ, ਆਹ ਨਿਕਲਣ ਦਾ ਰਾਹ ਹੈਗਾ ਭਾਈ, ਆਹ ਲੈ ਲਾ, ਸਮਝ ਲਾ, ਮੰਨ ਲਾ। ਸਾਰੇ ਗੁਣ ਆ ਗਏ, ਸਾਰਾ ਗਿਆਨ ਆ ਗਿਆ। ਬਸ ਦੇਖੋ ਕੀ ਕਹਿ ਰਹੀ ਬਾਣੀ ਕਹਿ ਰਹੀ ਜਿਹੜਾ ਪ੍ਰੈਕਟੀਕਲ ਕਰਦਾ ਉਹਦੇ ਕੋਲ ਗੁਣ ਹੈ ਅਤੇ ਗਿਆਨ ਹੈ। ਬਾਕੀ ਜਿਹੜਾ ਮੇਰੇ ਵਰਗਾ ਥਿਓਰੀ ਵਾਲਾ ਹੈਗਾ ਉਹਦੇ ਕੋਲ ਕੱਖ ਨਹੀਂ ਹੈਗਾ। ਮਾਨੇ ਹੁਕਮ ਸਭੇ ਗੁਣ ਗਿਆਨ, ਨਾਨਕ ਦਰਗਾਹ ਪਾਵੇ ਮਾਨ। ਪਹੁੰਚ ਗਿਆ ਦਰਗਾਹ 'ਤੇ, ਉੱਥੇ ਇੱਜ਼ਤ ਲੋਕ ਪਰਲੋਕ 'ਚ। ਉੱਥੇ ਤਾਂ ਜਿਹੜੇ ਹੈਗੇ ਸਾਰੇ ਜਿਹੜੇ ਹੈਗੇ ਕਰਮਖੰਡ ਦੇ ਵਾਸੀ ਜਿਹੜੇ ਹੈਗੇ ਸਾਰੇ ਜਿਹੜੇ ਹੈਗੇ ਉਹ ਇਹ ਵਿਆਹ ਦੇਖਣ ਆ ਜਾਂਦੇ ਆ ਭਾਈ।
ਕਿਹੜਾ ਆ ਰਿਹਾ ਭਾਈ ਸੂਰਮਾ ਯੋਧਾ, ਜਿਹੜਾ ਮਾਇਆ ਨੂੰ ਪ੍ਰਕਿਰਤੀ ਨੂੰ ਜਿੱਤ ਕੇ ਆ ਰਿਹਾ। ਉੱਥੇ ਤਾਂ ਵੱਜਣ ਲੱਗ ਜਾਂਦੇ ਬਾਜੇ। ਮਾਨੇ ਹੁਕਮ ਸਭੇ ਗੁਣ ਗਿਆਨ, ਨਾਨਕ ਦਰਗਹਿ ਪਾਵੈ ਮਾਨ। ਸਾਚ ਵਖਰ ਧਨ ਪੱਲੇ ਹੋਏ, ਜਿਹਦੇ ਕੋਲ ਆ ਸੱਚਾ ਵਖਰ ਹੈਗਾ। ਵਖਰ ਕੀ ਹੈਗਾ? ਆ ਸੱਚਾ ਸੌਦਾ, ਆ ਬਿਜ਼ਨਸ ਆ ਕਰ ਰਿਹਾ ਹੈ, ਵਪਾਰ, ਵਖਰ ਵਪਾਰ, ਸੱਚ ਦਾ ਵਪਾਰ ਕਰ ਰਿਹਾ ਹੈ। ਜੋ ਮਾਲਕ ਨੇ ਦਿੱਤੀ ਹੈ ਪੂੰਜੀ, ਮਨੁੱਖਾ ਸਰੀਰ ਦਿੱਤਾ ਹੈ, ਸਵਾਸ ਦਿੱਤੇ ਆ, ਇਹਨਾਂ ਦੇ ਨਾਲ ਨਾਮ ਧਨ ਇਕੱਠਾ ਕਰ ਰਿਹਾ। ਧਨ ਮਾਈ ਮੈਂ ਧਨ ਪਾਇਓ ਹਰ ਨਾਮ, ਮਨ ਮੇਰੋ ਧਾਵਨ ਤੇ ਛੂਟਿਓ, ਕਰ ਬੈਠੋ ਵਿਸਰਾਮ। ਜਿਹੜਾ ਸੁੰਨ ਦੇ ਵਿੱਚ ਬੈਠਦਾ ਹੈ ਉਹਦੇ ਕੋਲ ਨਾਮ ਧਨ ਬਣਦਾ ਹੈ, ਉੱਥੇ ਬਣਦਾ ਹੈ ਨਾਮ ਧਨ। ਹੋਰ ਕਿਸੇ ਜਗ੍ਹਾ 'ਤੇ ਜਿਹੜੇ ਹੈ ਸਵਾਸ ਜਿਹੜੇ ਹੈਗੇ ਐਕਸਚੇਂਜ ਨਹੀਂ ਹੁੰਦੇ, ਇਹ ਕਰੰਸੀ ਨਹੀਂ ਬਦਲੀ ਜਾਂਦੀ। ਸਾਚ ਵਖਰ ਧਨ ਪੱਲੇ ਹੋਏ, ਆਪ ਧਰੈ ਤਾਰੇ ਵੀ ਸੋਏ। ਆਪ ਧਰ ਗਿਆ, ਉਹਨੇ ਧਾਰ ਵੀ ਦੇਣੇ ਹੈ। ਉਹਨੇ ਗਮਰੋੜ ਥੋੜੀ ਨਾ ਹੋਣਾ ਹੈ, ਉਹਨੇ ਜਿਹੜਾ ਹੈਗਾ ਹੋਕਾ ਦੇਣਾ ਹੈ ਉਹਨੇ। ਸਾਚ ਵਖਰ ਧਨ ਪੱਲੇ ਹੋਏ, ਆਪ ਧਰੈ ਤਾਰੇ ਵੀ ਸੋਏ। ਸਹਿਜੇ ਰੱਤਾ ਬੂਝੈ ਪੱਤ ਹੋਏ। ਆ ਲਓ ਪੱਤ ਆ ਗਈ ਫਿਰ, ਹੁਣ ਇੱਥੇ ਪੱਤੇ ਥੋੜੀ ਨਾ ਹੋ ਗਏ। ਸਹਿਜੇ ਰੱਤਾ ਬੂਝੈ ਪੱਤ ਹੋਏ, ਉਹਦੀ ਪੱਤ ਵੀ ਹੋ ਗਈ, ਸਾਖਾ ਵੀ ਹੋ ਗਈ। ਉਹਦੀ ਗੱਲ ਦੇ ਵਿੱਚ ਵਜਨ ਵੀ ਹੈਗਾ, ਲੋਕ ਪਰਲੋਕ ਦੇ ਵਿੱਚ ਉਹਦੀ ਗੱਲ ਮੰਨੀ ਜਾਏਗੀ। ਸਹਿਜ ਰੱਤਾ ਬੂਝੈ ਪੱਤ ਹੋਏ, ਤਾਂ ਕਿ ਕੀਮਤ ਕਰੇ ਨਾ ਕੋਏ। ਕਹਿੰਦੇ ਉਹਦੀ ਕੀਮਤ, ਮਾਲਕ ਪਰਮਾਤਮਾ ਦੀ ਕੀਮਤ ਕਰ ਸਕਦਾ ਹੈ ਕੋਈ? ਉਹ ਤਾਂ ਉਹਦਾ ਰੂਪ ਹੋ ਗਿਆ ਭਾਈ। ਤਾਂ ਕਿ ਕੀਮਤ ਕਰੇ ਨਾ ਕੋਏ, ਜਹ ਦੇਖਾਂ ਤਾਂ ਰਿਹਾ ਸਮਾਏ। ਉਹ ਤਾਂ ਉਹਦੇ ਵਿੱਚ ਆ ਗਿਆ ਭਾਈ। ਜਿੱਥੇ ਮਰਜੀ ਦੇਖ ਲਓ, ਮਾਲਕ ਪਰਮਾਤਮਾ ਹਰ ਜਗ੍ਹਾ 'ਤੇ ਹੈਗਾ, ਸਮਾਇਆ ਹੋਇਆ। ਉਹਦੇ ਵਿੱਚ ਸਮਾ ਗਿਆ। ਉਹ ਸਰੀਰ ਦੇ ਹੁੰਦੇ ਹੋਏ, ਜਾਗਦੇ ਹੁੰਦੇ, ਆਪਣੇ ਵਿੱਚ ਰਹਿੰਦੇ ਹੋਏ। ਜਹ ਦੇਖਾਂ ਤਾਂ ਰਿਹਾ ਸਮਾਏ, ਨਾਨਕ ਪਾਰ ਪਰੈ ਸੱਚ ਪਾਏ। ਉਹ ਤਾਂ ਪਾਰ ਹੋ ਗਿਆ ਭਾਈ। ਉਹ ਸੱਚ ਹੈ ਉਹਦੇ ਅੰਦਰ, ਸੱਚ ਪਾਏ। ਕਿਵੇਂ ਪਾਰ ਹੋ ਗਿਆ? ਸੱਚ ਦੇ ਨਾਲ ਜੁੜ ਗਿਆ, ਇਸ ਕਰਕੇ ਪਾਰ ਹੋ ਗਿਆ। ਉਹਨੇ ਗੁਰੂ ਦੀ ਮੱਤ ਲੈ ਲਈ, ਇਸ ਕਰਕੇ ਪਾਰ ਹੋ ਗਿਆ। ਉਹਨੇ ਪ੍ਰੈਕਟੀਕਲ ਕਰਨਾ ਸ਼ੁਰੂ ਕਰਤਾ, ਇਸ ਕਰਕੇ ਪਾਰ ਹੋ ਗਿਆ। ਨਾਨਕ ਪਾਰ ਪਰੈ ਸੱਚ ਪਾਏ। ਇਸ ਤੋਂ ਅੱਗੇ ਫਿਰ ਸਿੱਧਾਂ ਦਾ ਕੁਐਸਚਨ ਆ ਗਿਆ ਭਾਈ। ਸੋ ਸ਼ਬਦ ਕਾ ਕਹਾਂ ਵਾਸ ਕਥੀਏ ਲੈ, ਜਿਤ ਤਰੀਏ ਪਉਜਲ ਸੰਸਾਰੋ। ਹੁਣ ਇੱਥੇ ਕਾ ਲੱਗਿਆ ਹੋਇਆ, ਇਸ ਕਰਕੇ ਸ਼ਬਦ ਦੇ ਦੱਦੇ ਨੂੰ ਔਂਕੜ ਨਹੀਂ ਹੈ, ਨਹੀਂ ਤਾਂ ਇਹ ਖਾਸ ਗੱਲ ਹੋ ਰਹੀ ਹੈ ਸ਼ਬਦ ਦੀ, ਇਹ ਕੋਈ ਅੱਖਰ ਦੀ ਗੱਲ ਨਹੀਂ ਹੋ ਰਹੀ। ਸੋ ਸ਼ਬਦ ਕਾ ਕਹਾਂ ਵਾਸ ਕਥੀਏ ਲੈ, ਜਿਤ ਤਰੀਏ ਪਉਜਲ ਸੰਸਾਰੋ। ਇਹ ਜਿਹੜਾ ਅਨਹਤ ਸ਼ਬਦ ਦੀ ਗੱਲ ਹੋ ਰਹੀ ਹੈ, ਕਹਿੰਦੇ ਉਹਦਾ ਵਾਸਾ ਕਿੱਥੇ ਹੈ ਭਾਈ? ਉਹ ਅਨਹਤ ਸ਼ਬਦ ਕਿੱਥੇ ਹੈ? ਕਿਹੜੀ ਜਗ੍ਹਾ 'ਤੇ ਜਾ ਕੇ ਜਿਹੜਾ ਹੈਗਾ ਮੈਂ ਭਗਤੀ ਕਰਾਂ ਤੇ ਅਨਹਤ ਸ਼ਬਦ ਪ੍ਰਗਟ ਹੋ ਜਾਏ? ਸੋ ਸ਼ਬਦ ਕਾ ਕਹਾਂ ਵਾਸ ਕਥੀਏ ਲੈ, ਜਿਤ ਤਰੀਏ ਪਉਜਲ ਸੰਸਾਰੋ। ਇਹ ਪਉਜਲ ਨੂੰ ਜਿਹੜੀ ਹੈਗੀ ਔਂਕੜ ਲੱਗੀ ਹੋਈ ਹੈ। ਇਹ ਕੋਈ ਪਾਣੀ ਦਾ ਪਉਜਲ ਨਹੀਂ ਹੈ, ਸਮੁੰਦਰ ਨਹੀਂ ਹੈਗਾ, ਵਿਚਾਰਾਂ ਦਾ ਸਮੁੰਦਰ ਹੈਗਾ। ਸੋ ਸ਼ਬਦ ਕਾ ਕਹਾਂ ਵਾਸ ਕਥੀਏ ਲੈ, ਜਿਤ ਤਰੀਏ ਪਉਜਲ ਸੰਸਾਰੋ। ਤ੍ਰੈ ਸਤ ਅੰਗੁਲਵਾਈ ਕਹੀਏ, ਤਿਸ ਕਹੋ ਕਵਨ ਆਧਾਰੋ। ਤ੍ਰੈ ਤੇ ਸੱਤ 10, 3 ਤੇ 7 10, 10 ਉਂਗਲ ਹਵਾ ਜਿਹੜੀ ਹੈਗੀ ਜਾਂਦੀ ਹੈ। ਹਵਾ ਕਹਿੰਦੇ ਜਾਂਦੀ ਹੈ 10 ਉਂਗਲ, ਸਵਾਸ ਛੱਡਦੇ ਹਾਂ ਤੇ ਕਹਿੰਦੇ ਤਿਸ ਕਹੋ ਕਵਨ ਆਧਾਰੋ। ਉਹਦਾ ਆਧਾਰ ਕੀ ਹੈਗਾ ਭਾਈ? ਉਸ ਹਵਾ ਦਾ ਕੀ ਆਧਾਰ ਆ? ਵਾਈ ਹਵਾ। ਇਹ ਹਵਾ ਜਿਹੜੀ ਹੈਗੀ ਆ, ਇਹ ਆਪਾਂ ਨੂੰ ਪ੍ਰਾਣ, ਇਹ ਆਪਣੇ ਆਪਾਂ ਨੂੰ ਆਪਣਾ ਸਰੀਰ ਔਰ ਆਤਮਾ ਦਾ ਕੰਬੀਨੇਸ਼ਨ। ਇਹ ਜੀਓ ਜਿਹੜਾ ਹੈਗਾ, ਇਹ ਹਵਾ ਦੇ ਨਾਲ, ਸਵਾਸਾਂ ਦੇ ਨਾਲ ਹੀ ਇੱਥੇ ਰਹਿ ਸਕਦੇ ਹਾਂ ਆਪਾਂ। ਇਹਨਾਂ ਦਾ ਜਿਹੜਾ ਹੈਗਾ ਕੰਬੀਨੇਸ਼ਨ ਕਹਿ ਲਓ, ਜਾਂ ਇਹਨਾਂ ਦਾ ਜਿਹੜਾ ਹੈਗਾ ਇਹ ਜੋ ਆਪਾਂ ਨੂੰ ਸੰਯੋਗ ਬਣਿਆ ਹੋਇਆ ਆਤਮਾ ਔਰ ਸਰੀਰ ਦਾ, ਇਹ ਹਵਾ ਦੇ ਨਾਲ ਹੀ ਹੈ। ਸਵਾਸ ਬੰਦ ਹੋ ਗਏ ਤੇ ਬਸ ਇਹ ਢਹਿ ਢੇਰੀ ਹੋ ਜਾਣਾ ਹੈ।
ਨਿਕਲ ਜਾਣਾ ਇਸ ਚੋਂ ਜੀਓ। ਪਰ ਇਹ ਹਵਾ ਜਿਹੜੀ ਹੈਗੀ ਇਹ ਪ੍ਰਾਣ ਸ਼ਕਤੀ ਨਹੀਂ ਹੈਗੀ। ਹਵਾ ਪ੍ਰਾਣ ਸ਼ਕਤੀ ਅਲੱਗ ਹੈਗੀ। ਉਹਨੂੰ ਪਵਨ ਵੀ ਕਹਿੰਦੇ ਆ ਪ੍ਰਾਣ ਸ਼ਕਤੀ ਨੂੰ। ਆ ਜਿਹੜੇ ਹੈ ਅੱਖਰਾਂ ਦੇ ਇਹ ਅਰਥ ਲੈਣੇ ਪੈਣੇ ਤਾਂ ਜਿਹੜੀ ਬਾਣੀ ਖੁੱਲ੍ਹਦੀ ਹੈ। ਤ੍ਰੈਸਤ ਅੰਗੁਲ ਵਾਈ ਕਹੀਏ ਤਿਸ ਕਹੋ ਕਵਨ ਆਧਾਰੋ। ਕਹਿੰਦੇ ਉਹਦਾ ਕੀ ਆਧਾਰ ਆ? ਬੋਲੇ ਖੇਲੇ ਅਸਥਿਰ ਹੋਵੇ। ਕਹਿੰਦੇ ਜਿਹੜਾ ਬੋਲ ਰਿਹਾ ਆ, ਖੇਡ ਰਿਹਾ ਆ, ਮਾਇਆ ਦੇ ਵਿੱਚ ਹੀ ਚਾਰ ਛਪੇਰੇ ਜਿਹੜਾ ਘੁੰਮੀ ਜਾਂਦਾ ਹੈ, ਇਹ ਸੁਰਤ ਦੇ ਨਾਲ ਮਨ ਜਿਹੜਾ ਹੈਗਾ ਇਹ ਕਿਵੇਂ ਅਸਥਿਰ ਹੋਏਗਾ ਭਾਈ? ਇਹ ਤਾਂ ਚੁੱਪ ਹੀ ਨਹੀਂ ਹੁੰਦਾ। ਇਹਦੇ ਅੰਦਰ ਤਾਂ ਵਿਚਾਰ ਚੱਲੀ ਜਾਂਦੇ ਔਰ ਮਾਇਆ ਦੇ ਨਾਲ ਇਹ ਖੇਡਣੋਂ ਹਟਦਾ ਹੀ ਨਹੀਂ ਹੈਗਾ। ਇਹ ਬੱਚਾ ਬੋਲੇ ਖੇਲੇ ਅਸਥਿਰ ਹੋਵੇ ਕਿਉਂ ਕਰ ਅਲੱਖ ਲਖਾਏ। ਕਹਿੰਦੇ ਕਿਸ ਤਰ੍ਹਾਂ ਇਹ ਜਿਹੜਾ ਹੈਗਾ ਇਹ ਤਾਂ ਕਮਲਾ ਹੋਇਆ ਪਿਆ ਮਾਇਆ ਦੇ ਵਿੱਚ, ਔਰ ਉਹ ਪਰਮਾਤਮਾ ਜਿਹੜਾ ਦਿਸਦਾ ਨਹੀਂ ਹੈ ਉਹ ਅਲੱਖ ਹੈਗਾ। ਕਿਸ ਤਰ੍ਹਾਂ ਜਿਹੜਾ ਹੈਗਾ ਮਾਲਕ ਦੇ ਦਰਸ਼ਨ ਕਰ ਲੈ ਭਾਈ? ਕਿਵੇਂ ਜਿਹੜਾ ਹੈਗਾ ਇਹ ਆਪਣਾ ਅਸਲੀ ਰੂਪ ਬੁੱਝ ਲੈ। ਬੋਲੇ ਖੇਲੇ ਅਸਥਿਰ ਹੋਵੇ ਕਿਉਂ ਕਰ ਅਲੱਖ ਲਖਾਏ। ਆ क्वेश्चन है कि देखो शब्द का कहाँ वास कथिए ले जित तरिए पौजल संसारो त्रैसत अंगुल वाई कहिए तिस कहो कवन आधारो। दूजा क्वेश्चन बोले खेले अस्थिर होवे किमें अस्थिर होए पाए क्यों कर अलख लगाए किमें दर्शन होण मालक परमात्मा दे। हाँ जी चरणजीव जी तुसी की कहना चाहुंदे हो? ਭਾਜੀ ਉਹ ਜਿੱਦਾਂ ਪੁੱਛਦੇ ਆਪਣੇ ਸਿੱਧ ਪੁੱਛਦੇ ਆ ਗੁਰੂ ਨਾਨਕ ਸਾਹਿਬ ਨੂੰ ਕਿ ਕਿੱਥੇ ਉਹ ਸ਼ਬਦ ਆ ਜਿਹੜਾ ਅਨਹਦ ਸ਼ਬਦ ਆ ਜਿਹੜਾ ਤੇਰੇ ਮਤਲਬ ਕਿੱਥੇ ਉਹਦਾ ਕਿੱਥੇ ਵਾਸ ਆ, ਮਤਲਬ ਉਹ ਕਿੱਥੇ ਮਤਲਬ ਸ਼ਬਦ ਆ। ਤਾਂ ਜਿੱਦਾਂ ਹੁਣੇ ਤੁਸੀਂ ਦੱਸ ਕੇ ਹਟੇ ਆ ਕਿ ਮਤਲਬ ਸਰੀਰ ਤੇ ਆਤਮਾ ਦਾ ਜਿਹੜਾ ਮੇਲ ਆ ਉਹ ਸਵਾਸ ਆ, ਮਤਲਬ ਜਿਹੜਾ ਸ਼ਬਦ ਆ ਉਹ ਅੰਦਰ ਹੀ ਮਤਲਬ ਵੱਜਦਾ। ਜਿੱਦਾਂ ਤ੍ਰੈ ਉਂਗਲ, ਮੈਨੂੰ ਇਹ ਨਹੀਂ ਸਮਝ ਲੱਗ ਰਹੀ। ਨਹੀਂ ਇਹ ਤਾਂ ਹਵਾ ਦੀ ਗੱਲ ਹੈ। ਤ੍ਰੈ ਸੱਤ ਉਂਗਲ ਤਾਂ ਹਵਾ ਜਾ ਰਹੀ ਹੈ। ਹਵਾ ਥੋੜੀ ਨਾ ਉਹ ਸ਼ਬਦ ਹੈਗਾ ਭਾਈ। ਹਵਾ ਥੋੜੀ ਨਾ ਹੈਗੀ ਉਹ ਸ਼ਬਦ। ਇਹ ਤਾਂ ਸਵਾਸ ਚੱਲ ਰਹੇ ਤੁਹਾਡੇ। ਹਾਲੇ ਅੱਗੇ ਆਓ, ਅੱਗੇ ਹਾਲੇ ਕੁਐਸਚਨ ਨਾ ਕਰੋ ਅੱਗੇ। ਹਾਂ ਚਲੋ ਠੀਕ। ਹਾਂ ਵੀਰ ਜੀ ਅਸਥਿਰ ਮੀਨਸ ਸਥਿਰ ਨਾ? ਬਿਲਕੁਲ ਹਾਂ, ਇਹ ਗੁਰਬਾਣੀ ਦੀ ਡਿਕਸ਼ਨਰੀ ਹੈ ਭਾਈ। ਅਸਥਿਰ ਹਮੇਸ਼ਾ ਜੀ ਹਾਂ ਸਥਿਰ। ਇਹ ਹਿੰਦੀ ਦੇ ਵਿੱਚ ਸਥਿਰ ਕਹਿੰਦੇ ਆ, ਅਸਥਿਰ ਹਿੰਦੀ ਦੇ ਵਿੱਚ ਕਹਿੰਦੇ ਆ ਜਿਹੜਾ ਸਥਿਰ ਨਹੀਂ ਹੈਗਾ। ਹਾਂ ਬਿਲਕੁਲ ਉਸ ਤੋਂ ਉਲਟ ਹੈਗਾ ਇਹ। ਹਾਂ ਇਹ ਗੱਲ ਬਿਲਕੁਲ ਬਹੁਤ ਵਧੀਆ ਪਤੇ ਦੀ ਗੱਲ ਦੱਸੀ ਹੈ। ਇਹ ਇੱਥੇ ਵੀ ਡਾਊਟ ਹੋ ਜਾਂਦਾ ਹੈ। ਸੋ ਸ਼ਬਦ ਕਾ ਕਹਾਂ ਵਾਸ ਕਥੀਲੇ ਜਿਤ ਤਰੀਏ ਪੌਜਲ ਸੰਸਾਰੋ। ਇਹ ਤ੍ਰੈਸਤ ਅੰਗੁਲ ਦੇਖੋ ਇੱਥੇ ਹਵਾ ਔਰ ਸ਼ਬਦ ਦੋਨੋਂ ਅਲੱਗ-ਅਲੱਗ ਚੀਜ਼ਾਂ ਹੈਗੀਆਂ। ਤ੍ਰੈਸਤ ਅੰਗੁਲ ਵਾਈ ਕਹੀਏ ਤਿਸ ਕਹੋ ਕਵਨ ਆਧਾਰੋ। ਉਹਦਾ ਆਧਾਰ ਕੀ ਹੈਗਾ ਭਾਈ? ਕੀ ਆਧਾਰ ਹੈ? ਕਿਸ ਤਰ੍ਹਾਂ ਇਹ ਹਵਾ ਜਿਹੜੀ ਆ ਰਹੀ ਹੈ ਕਿਵੇਂ ਜਿਹੜਾ ਇਨਸਾਨ ਦੇ ਸਵਾਸਾਂ ਦੇ ਨਾਲ ਇਹ ਜਿਹੜਾ ਹੈਗਾ ਆਤਮਾ ਔਰ ਜਿਹੜਾ ਹੈਗਾ ਸਰੀਰ ਜਿਹੜਾ ਹੈਗਾ ਇਹ ਠਹਿਰੇ ਹੋਏ ਆ। ਇਹ ਕੀ ਖੇਡ ਹੈਗੀ ਹੈ? ਔਰ ਬੋਲੇ ਖੇਲੇ ਅਸਥਿਰ ਹੋਵੇ ਕਿਉਂ ਕਰ ਅਲੱਖ ਲਖਾਏ। ਔਰ ਜਿਹੜਾ ਮਨ ਪਤੰਦਰ ਜਿਹੜਾ ਹੈਗਾ ਚੁੱਪ ਹੀ ਨਹੀਂ ਹੁੰਦਾ ਕਦੇ ਵੀ। ਔਰ ਖੇਡ ਜਿਹੜਾ ਹੈਗਾ ਕਦੀ ਵੀ ਜਿਹੜਾ ਹੈਗਾ ਨਿਕਲਦਾ ਹੀ ਨਹੀਂ ਖੇਡ ਚੋਂ। ਉਹ ਤਾਂ ਮਜਬੂਰੀ ਮਾਲਕ ਜਿਹੜਾ ਹੈਗਾ ਇਹਨੂੰ ਨੀਂਦ ਲਿਆ ਦਿੰਦਾ ਹੈ ਭਾਈ। ਆਤਮਾ ਦੇ ਵਿੱਚ ਲੈ ਜਾਂਦਾ ਹੈ, ਫਾਈਲਾਂ ਬੰਦ ਕਰਾ ਦਿੰਦਾ ਹੈ। 24 ਘੰਟੇ ਬਾਅਦ ਫਿਰ ਦੁਬਾਰਾ ਨਵਾਂ ਜਨਮ ਕਰ ਦਿੰਦਾ ਹੈ ਇਹਦਾ। ਪਰ ਫਿਰ ਜਿਹੜਾ ਹੈਗਾ ਉਸੇ ਵੇਲੇ ਸ਼ੁਰੂ ਹੋ ਜਾਂਦਾ ਹੈ ਵਾਪਸ। ਇਹ ਅਸਥਿਰ ਹੁੰਦਾ ਹੀ ਨਹੀਂ ਹੈ। ਬੋਲੇ ਖੇਲੇ ਅਸਥਿਰ ਹੋਵੇ ਕਿਉਂ ਕਰ ਅਲੱਖ ਲਖਾਏ। ਉਹ ਅਲੱਖ ਉਹਨੂੰ ਕਿਵੇਂ ਲਖੇਗਾ ਭਾਈ? ਜਦ ਅਸਥਿਰ ਹੀ ਨਹੀਂ ਹੁੰਦਾ ਤੇ ਅਲੱਖ ਨੂੰ ਕਿਵੇਂ ਲਖੇਗਾ? ਜਦ ਇਹਦੇ ਅੰਦਰ ਲਹਿਰਾਂ ਉੱਠ ਰਹੀਆਂ ਆ, ਜਦ ਦਰਿਆ ਦੇ ਅੰਦਰ ਲਹਿਰਾਂ ਉੱਠ ਰਹੀਆਂ ਤੇ ਉੱਥੇ ਤਲਾ ਕਿਵੇਂ ਨਜ਼ਰ ਆਏਗਾ ਭਾਈ? ਸੱਚ ਕਿਵੇਂ ਨਜ਼ਰ ਆਏਗਾ? ਬੋਲੇ ਖੇਲੇ ਅਸਥਿਰ ਹੋਵੇ ਕਿਉਂ ਕਰ ਅਲੱਖ ਲਖਾਏ। ਸੁਣ ਸੁਆਮੀ ਸੱਚ ਨਾਨਕ ਪਰਨਵੈ ਆਪਣੇ ਮਨ ਸਮਝਾਏ। ਮਹਾਰਾਜ ਕਹਿੰਦੇ ਉਹਨਾਂ ਨੇ ਕੁਐਸਚਨ ਕੀਤਾ।
ਔਰ ਇੱਥੇ ਜਿਹੜਾ ਹੈਗਾ ਮਹਾਰਾਜ ਜਿਹੜੇ ਹੈਗੇ ਉਹਨਾਂ ਨੂੰ ਜਵਾਬ ਵੀ ਦੇ ਗਏ ਆ, ਸੁਣੇ ਸੁਆਮੀ ਸੱਚ, ਆ ਜਵਾਬ ਦੇ ਗਏ ਭਾਈ। ਉਹ ਸੁਆਮੀ ਨੂੰ, ਉਹ ਸੱਚ ਨੂੰ ਜੇ ਕੋਈ ਸੁਣੇਗਾ ਤੇ ਸੁਣੇ ਸੁਆਮੀ ਸੱਚ, ਨਾਨਕ ਪੜ੍ਹਵੇ ਆਪਣੇ ਮਨ ਸਮਝਾਏ। ਇਸ ਤਰੀਕੇ ਦੇ ਨਾਲ ਇਹ ਮਨ ਸਮਝ ਆਉਂਦਾ ਹੈ। ਸੱਚ ਦੇ ਨਾਲ ਜੇ ਜੁੜੇਗਾ, ਜੋ ਗੁਰੂ ਕਹਿ ਰਹੇ, ਜੋ ਗੁਰੂ ਦੀ ਮੱਤ ਕਹਿ ਰਹੀ ਹੈ, ਉਹ ਕਾਰਵਾਈ ਕਰੇਗਾ, ਉਹ ਮਾਲਕ ਪਰਮਾਤਮਾ ਦੇ ਨਾਲ ਅਟੈਚ ਹੋਏਗਾ। ਸੁਣ ਸੁਆਮੀ ਸੱਚ, ਨਾਨਕ ਪੜ੍ਹਵੇ ਆਪਣੇ ਮਨ ਸਮਝਾਏ। ਗੁਰਮੁਖੇ ਸ਼ਬਦੇ ਸੱਚ ਲਿਵ ਲਾਗੈ, ਕਰ ਨਦਰੀ ਮੇਲ ਮਿਲਾਏ। ਆਇਆ ਕਹਿੰਦੇ ਇਸ ਤਰੀਕੇ ਦੇ ਨਾਲ ਪਾਏ, ਜੇ ਕਿਤੇ ਗੁਰੂ ਗੁਰੂ ਦੀ ਮੱਤ ਲੈ ਲਏਗਾ ਇਨਸਾਨ, ਔਰ ਉਸ ਸ਼ਬਦ ਦੇ ਨਾਲ, ਗੁਰਮੁਖੇ ਸ਼ਬਦੇ ਸੱਚ ਲਿਵ ਲਾਗੈ, ਇਸ ਤਰ੍ਹਾਂ ਸੁਣੇ ਸੁਆਮੀ ਸੱਚ, ਨਾਨਕ ਪੜ੍ਹਵੇ ਆਪਣੇ ਮਨ ਸਮਝਾਏ। ਕਿਵੇਂ? ਗੁਰਮੁਖੇ ਸ਼ਬਦੇ ਸੱਚ ਲਿਵ ਲਾਗੈ, ਕਰ ਨਦਰੀ ਮੇਲ ਮਿਲਾਏ। ਇਸ ਤਰ੍ਹਾਂ ਮਾਲਕ ਮਿਹਰ ਕਰ ਦਿੰਦਾ ਹੈ, ਉਹ ਨਦਰੀ ਔਰ ਆਪਣੇ ਨਾਲ ਮਿਲਾ ਲੈਂਦਾ ਹੈ। ਜਿਹੜੇ ਵੀ ਗੁਰੂ ਦੇ ਅਨੁਸਾਰ ਜਿਹੜੇ ਹੈਗੇ ਆ, ਸ਼ਬਦ ਦੇ ਨਾਲ, ਸ਼ਬਦੇ ਸੱਚੇ, ਸੱਚੇ ਸ਼ਬਦ ਲਿਵ ਲਗਾਉਂਦੇ ਆ ਪਰਮਾਤਮਾ ਦੇ ਨਾਲ। ਹੋਰ ਕੋਈ ਤਰੀਕਾ ਹੀ ਨਹੀਂ ਹੈ ਵਿਚਾਰ ਬੰਦ ਕਰਨ ਦਾ ਤਰੀਕਾ। ਕਦ ਤੱਕ ਜਿਹੜੇ ਹੈਗੇ, ਇਹ ਜਿਹੜੇ ਹੈਗੇ ਵਾਹਿਗੁਰੂ, ਅੱਲਾਹੁ, ਹਰੀਓਮ ਜਿਹੜੇ ਹੈਗੇ, ਇਹ ਨਾਮ ਜਿਹੜੇ ਹੈਗੇ, ਇਹਨਾਂ ਨੂੰ ਆਪਾਂ ਜਿਹੜੇ ਹੈਗੇ ਕਦ ਤੱਕ ਬੋਲਾਂਗੇ ਭਾਈ? ਕੀਰਤਮ ਨਾਮ ਕਥੇ ਤੇਰੇ ਜੇਵਾ, ਸੱਚ ਨਾਮ ਤੇਰਾ ਪੜਾ ਪੂਰਬਲਾ। ਆਪਾਂ ਕਹਿੰਦੇ ਵਾਹਿਗੁਰੂ ਜਿਹੜਾ ਸੱਚਾ ਨਾਮ ਹੈ, ਪੂਰਬਲਾ ਨਾਮ ਹੈ। ਵਾਹ ਜੀ ਵਾਹ, ਕਮਾਲ ਹੋਈ ਪਈ ਹੈ। ਇਹ ਕਿੰਨਾ ਆਪਾਂ ਸੈਲਫਿਸ਼ ਹੈ। ਅੱਲਾ ਉਹ ਤਾਂ ਬੜਾ ਪੁਰਾਣਾ ਹੈ, ਰਾਮ ਤਾਂ ਬਹੁਤ, ਰਾਮ ਜਿਹੜਾ ਹੈ ਨਹੀਂ, ਆਹ ਸਾਡਾ ਵਾਹਿਗੁਰੂ ਹੈ ਨਵਾਂ ਨਾਮ। ਸੱਚ ਨਾਮ ਭਾਈ, ਪਰਮੇਸ਼ਰ ਦਾ ਨਾਮ ਜਿਹੜਾ ਹੈਗਾ ਉਹ ਤਾਂ ਪਦਾਰਥ ਹੈਗਾ, ਉਹ ਤਾਂ ਹਮੇਸ਼ਾ ਹੀ ਹੈਗਾ, ਹਮੇਸ਼ਾ ਹੀ ਹੈਗਾ ਭਾਈ। ਸੱਚਾ ਨਾਮ ਉਹ ਹਮੇਸ਼ਾ ਹੀ ਹੈਗਾ, ਉਹ ਤਾਂ ਕਿਤੇ ਗਿਆ ਹੀ ਨਹੀਂ ਹੈ। ਜਦ ਮਾਲਕ ਨੇ ਦੁਨੀਆ ਬਣਾਈ ਹੈ ਉਦੋਂ ਦਾ ਹੈਗਾ ਉਹ। ਨੌਨਿਤ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸਕਾ ਵਿਸ਼ਰਾਮ। ਸੁਣ ਸੁਆਮੀ ਸੱਚ, ਨਾਨਕ ਪੜ੍ਹਵੈ ਆਪਣੇ ਮਨ ਸਮਝਾਏ। ਗੁਰਮੁਖ ਸ਼ਬਦੇ ਸੱਚ ਲਿਵ ਲਾਗੇ, ਕਰ ਨਦਰੀ ਮੇਲ ਮਿਲਾਏ। ਆਪੇ ਦਾਨਾ ਆਪੇ ਬੀਨਾ, ਪੂਰੇ ਭਾਗ ਸਮਾਏ। ਮਾਲਕ ਪਰਮਾਤਮਾ ਜਿਹੜਾ ਹੈਗਾ, ਦਾਨਾ ਕਹਿੰਦੇ ਆ ਸਭ ਤੋਂ ਜ਼ਿਆਦਾ ਸਮਝਦਾਰ। ਬੀਨਾ ਕਹਿੰਦੇ ਆ ਹਰ ਚੀਜ਼ ਦੇਖ ਰਿਹਾ, ਹਰੇਕ ਗੋਟੀ ਨੂੰ ਦੇਖ ਰਿਹਾ ਹੈ, ਕੀ ਚਾਹੀਦਾ ਉਹਨੂੰ, ਕਿੱਥੇ ਕਿਹੜੇ ਖਾਨੇ 'ਚ ਜਾਣਾ ਹੈ ਉਹਨੇ ਗੋਟੀ ਨੇ। ਆਪੇ ਦਾਨਾ ਆਪੇ ਬੀਨਾ, ਉਹ ਚੌਪੜ ਵਿਸਾਤ ਜਿਹੜੀ ਸੰਸਾਰ ਜੋ ਇਹ ਖੇਡ ਚੱਲ ਰਹੀ ਹੈ, ਇਹ ਖੇਡ ਨੂੰ ਉਹ ਦੇਖ ਰਿਹਾ ਹੈ, ਹਰੇਕ ਨੂੰ ਉਹਦੇ ਅੰਦਰ ਹੀ ਖੇਡ ਚੱਲ ਰਹੀ ਹੈ। ਆਪੇ ਦਾਨਾ ਆਪੇ ਬੀਨਾ, ਬੀਨਾ ਕਹਿੰਦੇ ਆ ਦੇਖਣ ਵਾਲਾ। ਆਪੇ ਦਾਨਾ ਆਪੇ ਬੀਨਾ, ਪੂਰੇ ਭਾਗ ਸਮਾਏ। ਬਸ ਸਮਾਈ ਉਹਦੇ ਵਿੱਚ ਕਿਵੇਂ ਹੁੰਦੀ ਹੈ? ਪੂਰੇ ਭਾਗ ਜਾਗ ਜਾਂਦੇ ਆ ਤੇ ਸਮਾ ਲੈਂਦਾ ਹੈ। ਔਰ ਪੂਰੇ ਭਾਗ ਕਿਵੇਂ ਜਾਗਦੇ ਆ? ਜਿਹੜਾ ਸੱਚ ਦੇ ਨਾਲ ਜੁੜਦਾ ਹੈ, ਜਿਹੜਾ ਗੁਰੂ ਦੇ ਅਨੁਸਾਰ ਚੱਲਦਾ ਹੈ, ਜਿਹੜਾ ਸ਼ਬਦ ਦੇ ਨਾਲ ਲਿਵ ਲਗਾਉਂਦਾ ਹੈ, ਸੱਚ ਦੇ ਵਿੱਚ, ਸੱਚ ਦੇ ਦੁਆਰਾ, ਉਹਨੂੰ ਮੇਲ ਮਿਲਾ ਲੈਂਦਾ ਹੈ। ਕਰ ਨਦਰੀ ਮੇਲ ਮਿਲਾਏ। ਆ ਹੋ ਗਏ ਪੂਰੇ ਭਾਗ। ਸੋ ਸ਼ਬਦ ਕੋ ਨਿਰੰਤਰ ਵਾਸ ਅਲਖੰ, ਜਹ ਦੇਖਾਂ ਤਹ ਸੋਈ। ਕੁਐਸਚਨ ਸੀਗਾ ਸ਼ਬਦ ਕਿੱਥੇ ਆ ਭਾਈ? ਆ ਦੇਖੋ ਕੁਐਸਚਨ ਲਈਏ ਤੇ ਫਿਰ ਆਨਸਰ ਤੇ ਆਉਨੇ ਆਪਾਂ। ਕੁਐਸਚਨ ਸੀਗਾ ਸੋ ਸ਼ਬਦ ਕਾ ਕਹਾਂ ਵਾਸ ਕਥੀਲੇ, ਜਿਤ ਤਰੀਏ ਪਾਉਜਲ ਸੰਸਾਰੋ। ਆਨਸਰ ਹੈਗਾ, ਕਹਿੰਦੇ ਸੋ ਸ਼ਬਦ ਕੋ ਨਿਰੰਤਰੇ ਵਾਸ ਕਲਖੰ। ਕਹਿੰਦੇ ਉਹ ਤਾਂ ਸ਼ਬਦ ਨਿਰੰਤਰੇ ਦੇ ਵਿੱਚ ਹੈਗਾ, ਪਰਮਾਤਮਾ ਦੇ ਵਿੱਚ ਹੈ, ਅਲੱਖ ਦੇ ਵਿੱਚ ਹੈਗਾ। ਅਲਖੰ ਨਹੀਂ ਲਿਖਿਆ ਜਾਂਦਾ, ਜਿਹਨੂੰ ਲਖਣਾ ਹੈਗਾ। ਸੋ ਸ਼ਬਦ ਕੋ ਨਿਰੰਤਰੇ ਵਾਸ ਅਲਖੰ, ਜਹ ਦੇਖਾਂ ਤੈਂ ਸੋਈ। ਜਿੱਥੇ ਦੇਖਦਾ ਹੈ ਕਹਿੰਦੇ ਉੱਥੇ ਉਹ ਮਾਲਕ ਪਰਮਾਤਮਾ ਹੈ, ਉਹਦੇ ਨਾਲ ਜੁੜਿਆ ਹੋਇਆ ਹੈ ਸ਼ਬਦ। ਉਹ ਅਨਹਦ ਸ਼ਬਦ ਉਹਦੇ ਨਾਲ ਜੁੜੇ ਹੋਏ ਆ, ਉਹਦੇ ਮੁਖ ਤੋਂ ਆ ਰਹੇ ਉਹ ਸ਼ਬਦ। ਆਪਾਂ ਕਹਿੰਦੇ ਚਿੜੀਆਂ ਨਿਰੰਤਰ ਵੱਜ ਰਿਹਾ ਹੈ, ਔਰ ਉਹਨੂੰ ਲੱਖ ਨਹੀਂ ਸਕਦੇ। ਬਸ
ਉਹ ਅਲੱਖ ਦੇ ਨਾਲ ਆ, ਮਾਲਕ ਦੇ ਨਾਲ ਜੁੜੇ ਉਹ ਵਾਲਾ। ਨਾਲ ਹੈ ਬਸ। ਹਾਂ, ਤੁਸੀਂ ਨਹੀਂ ਲੱਗ ਸਕਦੇ ਉਹਦੇ ਅੰਦਰ, ਤੁਸੀਂ ਜਾ ਸਕਦੇ ਹੋ। ਉਹਨਾਂ ਦੇ ਨਾਲ ਜੁੜ ਗਏ ਤੇ ਸਮਝ ਲਓ ਵੀ ਮਾਲਕ ਦੇ ਨਾਲ ਜਿਹੜੇ ਹੈਗੇ ਜੁੜ ਗਏ ਆਪਾਂ, ਉਹ ਸ਼ਬਦ ਦੇ ਨਾਲ। ਉਹ ਜਿਹੜੀ ਹੈਗੀ ਆ ਕਹਿੰਦੇ ਕਿਉਂਕਿ ਸਨਾਟਾ। ਉਹਦੀ ਹੱਦ ਕੋਈ ਨਹੀਂ ਨਾ ਜੀ, ਅਨਹਦ ਹੈ। हाँ, सो शब्द को निरंतर वास अलखं जहाँ देखा तह सोई, पवन का वासा सुन निवासा अकल कला धर सोई। ਇਹ ਪਵਨ ਜਿਹੜੇ ਹੈਗੇ, ਇੱਥੇ ਜਿਹੜਾ ਹੈਗਾ ਗੌਰ ਕਰ ਲੈਣਾ। ਇਹ ਪਵਨ ਜਿਹੜੇ ਹੈਗੇ, ਇਹ ਜਿਹੜੇ ਹੈਗੇ, ਇਹ ਹਵਾ ਨਹੀਂ ਹੈਗੀ, ਇਹ ਸਵਾਸ ਨਹੀਂ ਹੈਗੇ। ਪਵਨ ਜਿਹੜੇ ਹੈਗੇ ਪ੍ਰਾਣ ਹੈਗੇ, ਪ੍ਰਾਣ ਇਹ ਪ੍ਰਾਣ ਹੈਗੇ ਆ। ਪ੍ਰਾਣਾਂ ਦਾ ਵਾਸਾ ਕਿੱਥੇ ਹੈਗਾ? ਪ੍ਰਾਣਾਂ ਦਾ ਵਾਸਾ ਸੁੰਨ ਦੇ ਵਿੱਚ ਆ, ਨਿਵਾਸ। ਪ੍ਰਾਣਾਂ ਨੇ ਕਿੱਥੇ ਵਸਣਾ ਹੈ? ਪ੍ਰਾਣ ਜਿਹੜੇ ਹੈਗੇ ਸੁੰਨ ਦੇ ਵਿੱਚ ਨਿਵਾਸ ਆ ਪਾਏ। ਪ੍ਰਾਣ ਸ਼ਕਤੀ ਹੈਗੀ ਜਿਹੜੀ। ਉਹੀ ਮੈਨੂੰ ਲੱਗਦਾ ਉਹੀ ਪਵਨ ਹੈ ਜਿਹੜਾ ਪਵਨ ਹੈ, ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ। ਹਾਂ, ਉੱਥੇ ਵੀ ਜਿਹੜੇ ਪਵਨ ਦੇ ਅਰਥ ਜਿਹੜੇ ਹੈਗੇ ਹਵਾ ਹੀ ਕੀਤੇ ਹੋਣੇ, ਉਹ ਲੋਕੀ ਹਵਾ ਕਰਦੇ ਆ। ਹਾਂਜੀ ਹਾਂ, ਪਵਨ ਕਾ ਵਾਸਾ ਸੁੰਨ ਨਿਵਾਸਾ। ਉਹ ਜਿਹੜੇ ਆ ਉਹ 63 ਅੰਗੁਲ ਦੀ, ਉਹ ਅੰਗੁਲ ਵਾਲੀ ਗੱਲ ਅੱਗੇ ਸਮਝਾਉਣਗੇ ਮਹਾਰਾਜ। ਉਹ ਹਵਾ ਦੀ ਗੱਲ ਅੱਗੇ ਕਰਨਗੇ। ਇੱਕ ਸੈਕਿੰਡ, ਮੈਂ ਇੱਥੇ ਨੇੜੇ ਤੇੜੀ ਹੈਗੀ ਉਹ ਵੀ ਆ ਦੇਖੋ। ਅਗਲੇ ਦੇ ਵਿੱਚ 60 ਦੇ ਵਿੱਚ ਆ 63 ਅੰਗੁਲ ਵਾਈ ਕਹਿ ਰਹੇ ਉੱਥੇ ਹਵਾ। ਆਉਦੂ ਸੁੰਨ ਸੱਚ ਆਹਾਰੋ। ਉਹਦਾ ਆਹਾਰ ਕੀ ਹੈਗਾ? ਕਹਿੰਦੇ ਉਹਦਾ ਵੀ ਆਹਾਰ ਸੁਣਨੇ ਆ ਭਾਈ, ਸੱਚ ਹੈਗਾ। ਉਹਦਾ ਵੀ ਆਹਾਰ ਸੁਣਨਾ ਔਰ ਸੱਚ ਹੈਗਾ। ਉਹ 63 ਇਹ ਹਵਾ ਆਪਾਂ ਨੂੰ ਮਿਲੀ ਹੋਈ, ਸਰੀਰ ਮਿਲਿਆ, ਪ੍ਰਾਣ ਸ਼ਕਤੀ ਹੈਗੀ। ਪ੍ਰਾਣ ਸ਼ਕਤੀ ਦੇ ਨਾਲ ਕੀ ਕਰਨਾ ਹੈ ਆਪਾਂ ਨੇ? ਸੁਣਨ ਦੇ ਵਿੱਚ ਜਾਣਾ ਹੈ, ਸੱਚ ਦੇ ਵਿੱਚ ਜਾਣਾ ਹੈ। ਇਹਦਾ ਆਹਾਰ ਸੱਚ ਆ, ਸੁਣਨੇ ਆ। ਹੁਣ ਵਾਪਸ ਆਪਾਂ ਉੱਥੇ ਆਈਏ। ਸੋ ਸ਼ਬਦ ਕੋ ਨਿਰੰतर ਵਾਸ अलखंग जह देखा तह सोई, पवन का वासा सुन्न निवासा अकल कला धर सोई। ਕਹਿੰਦੇ ਪ੍ਰਾਣ ਜਿਹੜੇ ਹੈਗੇ ਇਹਨਾਂ ਦਾ ਨਿਵਾਸ ਸੁੰਨ ਦੇ ਵਿੱਚ ਹੈਗਾ, ਪਰਮਾਤਮਾ ਦੇ ਵਿੱਚ ਹੈਗਾ। ਅਕਲ ਕਲਾ ਧਰ ਇੱਕ ਵਰਡ ਹੈਗਾ। ਕਲਾਧਰ ਇੱਥੇ ਅਲੱਗ-ਅਲੱਗ ਹੈਗਾ। ਕਲਾਧਰ ਕੌਣ ਆ? ਅਕਲ ਕੌਣ ਆ? ਅਖੰਡ, ਉਹ ਪਰਮਾਤਮਾ। ਅਕਲ ਕਲਾਧਰ, ਅਕਲ ਦਾ ਮਤਲਬ ਹੈ ਕੰਪਲੀਟ, ਸਾਰੀਆਂ ਕਲਾਵਾਂ ਜਿਹਦੇ ਵਿੱਚ ਆ। ਅਕਲ ਕਲਾ ਧਰ ਸੋਈ, ਉਹ ਮਾਲਕ ਪਰਮਾਤਮਾ। ਪਵਨ ਕਾ ਵਾਸਾ ਸੁੰਨ ਨਿਵਾਸਾ, ਉਸ ਮਾਲਕ ਦੇ ਵਿੱਚ। ਸੁੰਨ ਕੀ ਹੈ? ਪਰਮਾਤਮਾ। ਪਵਨ ਕਾ ਵਾਸਾ ਸੁੰਨ ਨਿਵਾਸਾ ਅਕਲ ਕਲਾ ਧਰ ਸੋਈ, ਨਦਰ ਕਰੇ ਸ਼ਬਦ ਘਟ ਮੈਂ ਵਸੈ। ਜੇ ਕਿਤੇ ਮਾਲਕ ਮਿਹਰ ਕਰਦੇ ਤੇ ਸ਼ਬਦ ਜਿਹੜਾ ਹੈਗਾ ਪ੍ਰਗਟ ਹੋ ਜਾਏ ਘਟ ਦੇ ਵਿੱਚ। ਆਇਆ ਮਿਹਰ ਕਿਰਪਾ ਜਿਹਦੇ ਅੰਦਰ। ਨਦਰ ਕਰੇ ਸ਼ਬਦ ਘਟ ਮੈਂ ਵਸੈ, ਵਿੱਚੋਂ ਭਰਮ ਚੁਕਾਏ ਭਰਮ ਗਵਾਏ। ਪਰ ਘੱਟ ਸ਼ਬਦ ਪ੍ਰਗਟ ਵੀ ਹੋ ਜਾਂਦਾ, ਫਿਰ ਵੀ ਇਨਸਾਨ ਜੁੜਦਾ ਥੋੜ੍ਹੀ ਨਾ ਹੈ। ਮੇਰਾ ਤਾਂ ਜਿਹੜਾ ਹੈਗਾ 23 ਸਾਲ ਦੀ ਉਮਰ ਦੇ ਵਿੱਚ ਜਿਹੜਾ ਹੈਗਾ ਪਤਾ ਨਹੀਂ, ਇਹ ਮੈਂ ਤਾਂ ਕਿੰਨੀ ਵਾਰੀ ਤਾਂ ਟੈਸਟ ਕਰਾਉਂਦਾ ਰਿਹਾ। ਆਹੋ ਜਿਹੜਾ ਹੈਗਾ ਮੈਂ ਸੋਚਦਾ ਜਦ ਮੈਂ ਰਿਟਾਇਰ ਹੋਣ ਤੋਂ ਪਹਿਲਾਂ ਫਿਰ ਮੈਂ ਟੈਸਟ ਕਰਾਇਆ ਪਤਾ, ਉਹ ਜਿਹੜੇ ਕੰਨਾਂ ਦੇ ਡਾਕਟਰ ਕੋਲੋਂ। ਉਹ ਕਹਿੰਦੇ ਤੁਹਾਡੀ ਕੰਨਾਂ ਦੀ ਸ਼ਕਤੀ ਤੇ ਬਿਲਕੁਲ ਸਹੀ ਹੈਗੀ। ਇਹ ਤਾਂ ਆਪਟਿਕ ਪਤਾ ਨਹੀਂ ਕਿਹੜੀ ਨਰਵ ਕਹਿ ਰਹੇ ਸੀਗੇ, ਈਅਰ ਦੀ ਨਰਵ ਕਹਿੰਦੇ ਬਜ਼ ਕਰ ਰਹੀ ਹੈ, ਉਹ ਟਿਨਾਈਟਸ ਕਹਿੰਦੇ ਆ। ਨਦਰ ਕਰੇ ਸ਼ਬਦ ਘਟ ਮੈਂ ਵਸੈ, ਵਿੱਚੋਂ ਭਰਮ ਗਵਾਏ। ਫਿਰ ਜਿਹੜਾ ਹੈਗਾ ਇਹਦੇ ਨਾਲ ਜੇ ਜੁੜ ਗਏ ਆਪਾਂ ਤੇ ਭਰਮ ਗਿਆ, ਨਹੀਂ ਜੁੜੇ ਆਪਾਂ ਬਸ ਆਪਾਂ ਜਿਹੜੇ ਮਿਹਨਤ ਕਰੀ ਜਾ ਰਹੇ ਹਾਂ ਵਾਹਿਗੁਰੂ ਵਾਹਿਗੁਰੂ ਅੱਲਾਹ ਅੱਲਾਹ ਹਰੀ ਓਮ ਹਰੀ ਓਮ, ਇਸੇ ਤੇ ਮਿਹਨਤ ਕਰੀ ਜਾ ਰਹੇ ਹਾਂ ਔਰ ਆਪ ਪ੍ਰਗਟ ਹੈ ਇਹਦੇ ਨਾਲ ਜੁੜਦੇ ਹੀ ਨਹੀਂ ਆਪਾਂ। ਨਦਰ ਕਰੇ ਸ਼ਬਦ ਘਟ ਮੈਂ ਵਸੈ, ਵਿੱਚੋਂ ਭਰਮ ਗਵਾਏ। ਤਨ ਮਨ ਨਿਰਮਲ ਬਾਣੀ, ਨਾਮੋ ਮਨ ਵਸਾਏ। ਤਨ ਵੀ ਨਿਰਮਲ ਹੋ ਜਾਏਗਾ ਇਹਦੇ ਨਾਲ ਜੁੜ ਗਏ ਤੇ ਮਨ ਵੀ ਨਿਰਮਲ ਹੋ ਜਾਏਗਾ। ਕਿਉਂ ਜੀ? ਕਿਵੇਂ ਹੋ ਜਾਣਗੇ? ਮਨ ਜਿਹੜਾ ਹੈਗਾ ਮੈਲਾ ਕਿਉਂ ਹੈ? ਵਿਚਾਰਾਂ ਦੇ ਨਾਲ। ਵਿਚਾਰ ਹੈਗੇ ਤੇ ਮਨ ਮੈਲਾ ਹੈਗਾ।
ਇਹ ਜਿਹੜਾ ਹੈਗਾ ਇਹ ਅਨਹਦ ਸ਼ਬਦ ਇਹਦੇ ਨਾਲ ਜੁੜ ਗਏ ਤੇ ਵਿਚਾਰ ਬੰਦ ਹੋ ਗਏ। ਵਿਚਾਰ ਬੰਦ ਹੋ ਗਏ, ਮਨ ਨਿਰਮਲ ਹੋ ਗਿਆ। ਮਨ ਨਿਰਮਲ ਹੋ ਗਿਆ ਤੇ ਮਨ ਦੇ ਕੰਟਰੋਲ 'ਚ ਤਨ ਹੈਗਾ, ਤਨ ਵੀ ਨਿਰਮਲ ਹੋ ਗਿਆ। ਤਨ ਮਨ ਨਿਰਮਲ, ਨਿਰਮਲ ਬਾਣੀ। ਜਿਹੜਾ ਬੰਦਾ ਤਨ ਵੀ ਨਿਰਮਲ ਆ, ਮਨ ਵੀ ਨਿਰਮਲ ਆ, ਤੇ ਉਹਦੀ ਬਾਣੀ ਜਿਹੜੀ ਹੈਗੀ ਆ ਉਹ ਕਿਹੀ ਜਿਹੀ ਹੋਏਗੀ ਬਾਣੀ? ਉਹ ਸੱਚ ਹੋਏਗੀ ਉਹਦੀ ਬਾਣੀ, ਨਿਰਮਲ ਹੋਏਗੀ ਉਹਦੀ ਬਾਣੀ। ਨਾਮੋ ਮਨ ਨੇ ਵਸਾਏ, ਉਹਦੇ ਮਨ 'ਚ ਨਾਮ ਵਸ ਗਿਆ। ਨਾਮ ਵਸ ਗਿਆ ਮਨ ਦੇ ਵਿੱਚ, ਨਾਮ ਵਸ ਗਿਆ, ਸੁਣ ਦੇ ਵਿੱਚ ਚਲਾ ਗਿਆ, ਤਨ ਮਨ ਨਿਰਮਲ ਹੋ ਗਿਆ, ਨਿਰਮਲ ਬਾਣੀ ਹੋ ਗਈ, ਨਾਮ ਵਸ ਗਿਆ। ਤੇ ਬਾਕੀ ਕੀ ਰਹਿ ਗਿਆ? ਬਾਕੀ ਰਹਿ ਗਿਆ ਨਾਮ ਦਾ ਪ੍ਰਗਟ ਹੋਣਾ। ਨਾਮ ਪਦਾਰਥ ਅੰਮ੍ਰਿਤ ਦੀ ਬੂੰਦ ਹੋਣੀ। ਕਿਉਂ ਨਹੀਂ ਆਏਗੀ? ਉਹ ਅੰਮ੍ਰਿਤ ਦੀ ਬੂੰਦ ਆ ਗਈ ਤੇ ਉਹਦਾ ਮਾਲਕ ਜਿਹੜਾ ਹੈਗਾ ਪਰਮਾਤਮਾ ਕਿਉਂ ਨਹੀਂ ਪ੍ਰਗਟ ਹੋਏਗਾ ਉਸ ਘਰ ਦੇ ਵਿੱਚ? तन मन निर्मल। एक शुरू तो फिर लिए। शो शब्द को निरंतर वास अलखंग, जह देखा तह सोई, पवन का वासा सुन निवासा, अकल कला धर सोई, नजर करे शब्द घट में वसै। शब्द घट में वसै, घट दे विच वसना की हैगा बई लगातार सुन दे विच हो गया इंसान, वस गया घट दे विच। शब्द घट दे विच वस गया, सुन दे विच कोई विचार नहीं है, लग गई लिव। नज़र करे शब्द घट में वसै, विचों परम गवाए। परम किमें रह सकता पाए? धोखा ट्रैप माया स्वाद किमें रह सकते? तन मन निर्मल, निर्मल बाणी नामो मने वसाए। ये नाम दे मोमेन होड़ा भी हैगा ते औंकड़ भी हैगी। कहते शब्द तो वैसे नाम हैगा, पर इत्थे जिहड़ा हैगा वजन तोल दे हिसाब दे नाल इहनूं जिहड़ा हैगा बाणी नूं गाउणा भी हैगा। इस करके इहनूं होड़ा बोलो। इत्थे बोलण वेले होड़ा बोलो और अर्थ लैण वेले इहनूं नाम लो। तन मन निर्मल, निर्मल बाणी नामो मने वसाए। शब्दे गुरु पाव सागर तरिए, इत उत एको जाने। आया गुरु का शब्द पाए, आया 1430 अंग जिहड़े हैगे आ शब्द नूं प्रगट करन वास्ते कह रहे, इहदे नाल जुड़न वास्ते कह रहे। इहदे नाल जिहड़े हैगे ये गाइड है, गुरु हैगा। ये शब्दे गुरु, ये गुरु हैगा। इस दे पिछे लगेंगे ते भवसागर तर जावांगे भाई। शब्दे गुरु भवसागर तरिए, इत उत एक हो जाने। इत्थे भी ते उत्थे भी, हर जगह ते उसे मालिक परमात्मा दा कंट्रोल हैगा। वही एक हैगा ते कोई दूसरा तीसरा नहीं हैगा। शब्दे गुरु भवसागर तरिए, इत उत एक हो जाने। चिन्ह वर्ण नहीं छाया माया, नानक शब्द पछाणे। वाह जी वाह। जिन्हें शब्द पछाण लिया ਉਹਦਾ कोई चिन्ह वर्ण नहीं रह गया भाई। एक हो गया, एक हो गया। ਉਹਦਾ कोई शरीर आकार कोई बोध नहीं है। शरीर आकार चिन्ह वर्ण वो भी हो गया। वो रूप न रेख न रंग किछ, त्रै गुण ते प्रभ भिन्न, आ भी हो गया भिन्न भाई। चिन्ह वर्ण की है, रूप रेख कुछ नहीं रह गया। ਉਹਦਾ शरीर दे विच हुंदे होई शरीर तो उपर हो गया। चिन्ह वर्ण नहीं छाया माया, माया दी छाया भी नहीं है, उत्ते कोई छाप नहीं है। काम क्रोध लो मोहंकार आ टिल लगा लैन, जेड़े मर्जी विचार भेज ले माया। पटल ते पटल ही उत्थे जिहड़ा हैगा, पटल ही ब्लैंक आउट हो गया, उत्थे कोई विचार नहीं आएगा। यदि मर्जी है स्विच ऑन करेगा ते मर्जी दे नाल जिहड़ा हैगा बैक कुछ देखना है, देख के वापस बंद कर देगा। चिन्ह वर्ण नहीं छाया माया, नानक शब्द पछाणै। त्रैसत अंगुल वाई अवधु, सुन सच आहारो। आ जिहड़ी हैगी है हवा जिहड़ी हैगी, श्वास जिहड़े हैगे, इन्हां दा भी इन्हां दा आहार जिहड़ा ये कादे वास्ते हैगे? ये श्वास क्यों मिले होए आपां नूं? की प्रयोजन हैगा इन्हां दा? कहंदे ये सिर्फ पई सुन दे विच जाण वास्ते
ਉਹ ਜਿਹੜਾ ਹੈਗਾ ਸ਼ਬਦ ਪ੍ਰਗਟ ਕਰਨ ਵਾਸਤੇ ਉਹ ਜਿਹੜਾ ਸੱਚ ਹੈਗਾ ਉਹੀ ਇਹਨਾਂ ਦਾ ਆਹਾਰ ਹੈਗਾ ਭਾਈ। ਉਹੀ ਚਾਹੀਦਾ ਹੈ, ਉਹੀ ਚਾਹੀਦਾ ਹੈ, ਬਸ ਉਹਦੇ ਨਾਲ ਜੁੜ ਗਏ ਤੇ ਸਫਲ ਹੋ ਗਏ ਸਾਰੇ ਸਵਾਸ। ਇਹਨਾਂ ਦੀ ਡੈਸਟੀਨੇਸ਼ਨ ਵੀ ਉਹੀ ਹੈ, ਹਾਂ ਮੰਜ਼ਿਲ। ਬਿਲਕੁਲ। ਤ੍ਰੈਸਤ ਅੰਗੁਲ ਵਾਈ ਅਵਦੂ ਸੁਨ ਸੱਚ ਆਹਾਰੋ, ਗੁਰਮੁਖੇ ਬੋਲੇ ਤਤ ਵਿਰੋਲੇ ਚੀਨੇ ਅਲਖ ਅਪਾਰੋ। ਗੁਰੂ ਦੇ ਰਾਹੀਂ ਜਿਹੜਾ ਮਰਜੀ ਇਹ ਪ੍ਰੈਕਟੀਕਲ ਕਰ ਗਿਆ। ਬੋਲੇ ਦਾ ਮਤਲਬ ਹੈ ਬੋਲਣਾ ਥੋੜ੍ਹੀ ਨਾ ਹੈਗਾ, ਜਿਹੜਾ ਵੀ ਪ੍ਰੈਕਟੀਕਲ ਕਰ ਗਿਆ। ਗੁਰਮੁਖੇ ਬੋਲੇ ਤਤ ਵਿਰੋਲੇ, ਉਹਨੇ ਤਤ ਵਿਰੋਲ ਲਿਆ ਭਾਈ, ਤਤ ਲੈ ਲਿਆ ਉਹਨੇ ਚੀਨ ਲਿਆ ਉਸ ਅਲਖ ਅਪਾਰ ਮਾਲਕ ਪਰਮਾਤਮਾ ਨੂੰ। ਚੀਨੇ ਅਲਖ ਅਪਾਰੋ। ਤ੍ਰੈ ਗੁਣ ਮੇਟੇ ਸ਼ਬਦ ਵਸਾਏ, ਵਸ ਗਿਆ ਸ਼ਬਦ। ਤ੍ਰੈ ਗੁਣ ਤਾਂ ਉਸੇ ਵੇਲੇ ਚਲੇ ਜਾਂਦੇ ਆ ਜਦ ਆਪਾਂ ਉਸ ਸ਼ਬਦ ਦੇ ਵਿੱਚ ਜੁੜ ਜਾਂਦੇ। ਤ੍ਰੈ ਗੁਣ ਮੇਟੇ ਸ਼ਬਦ ਵਸਾਏ, ਤਾਂ ਮਨੇ ਚੁੱਕੈ ਅਹੰਕਾਰੋ। ਤਾਂ ਇਹ ਮਨ ਜਿਹੜਾ ਹੈਗਾ ਇਹਦਾ ਹੰਕਾਰ ਜਾਂਦਾ ਹੈ ਭਾਈ। ਤਾਂ ਇਹ ਮਨ ਜਿਹੜਾ ਹੈਗਾ ਇਹ ਸਰੀਰ ਦੇ ਪਾਸਿਓਂ, ਸਰੀਰ ਤੋਂ ਉੱਪਰ ਉੱਠਦਾ ਹੈ। ਤਾਂ ਇਹ ਮਨ ਜਿਹੜਾ ਹੈ ਸਵਾਦਾਂ ਤੋਂ ਉੱਪਰ ਉੱਠਦਾ ਹੈ। ਤ੍ਰੈ ਗੁਣ ਮੇਟੈ, ਤਿੰਨ ਗੁਣ ਮਾਇਆ ਤਮੋ ਰਜੋ ਸਤੋ, ਮਿਟ ਜਾਂਦੇ ਇਹਦੇ ਗੁਣ। ਇਹ ਮਾਇਆ ਕੋਲ ਤਿੰਨ ਗੁਣ ਹੈ, ਤਿੰਨਾਂ ਦੇ ਨਾਲ ਇਹਦੇ ਨਾਲ ਹੀ ਭਰਮ ਆਉਂਦੀ ਹੈ। ਜਿਹਦੇ ਸ਼ਬਦ ਵਸ ਗਿਆ ਜਿਹਦੇ ਅੰਦਰ, ਉਹਦੇ ਤਿੰਨ ਗੁਣੀ ਮਾਇਆ ਗਈ, ਉਹਦੇ ਕੰਟਰੋਲ 'ਚ ਹੈ ਸਾਰੀ। ਤ੍ਰੈ ਗੁਣ ਮੇਟੈ ਸ਼ਬਦ ਵਸਾਏ, ਤਾਂ ਮਨੇ ਚੁੱਕੇ ਅਹੰਕਾਰੋ। ਅੰਤਰ ਬਾਹਰ ਏਕੋ ਜਾਣੇ, ਤਾਂ ਹਰ ਨਾਮ ਲਗੇ ਪਿਆਰੋ। ਲਓ ਹੁਣ ਵਿਚਾਰ ਕਿਹੜੇ ਪਾਸੇ ਜਾਊਗਾ ਭਾਈ? ਅੰਦਰ ਵੀ ਉਹੀ ਮਾਲਕ ਪਰਮਾਤਮਾ, ਬਾਹਰ ਸਾਰਿਆਂ ਦੇ ਵਿੱਚ ਉਹੀ ਜੋਤ ਹੈ ਮਾਲਕ ਪਰਮਾਤਮਾ ਦੀ। ਉਹੀ ਮਾਲਕ ਪਰਮਾਤਮਾ ਖੇਡ ਕਰ ਰਿਹਾ ਹੈ। ਅੰਤਰ ਬਾਹਰ ਇੱਕੋ ਜਾਣਾ, ਤਾਂ ਹਰ ਨਾਮ ਲਗੇ ਪਿਆਰੋ। ਤਾਂ ਕਹਿੰਦੇ, ਤਾਂ ਲਗਾਇਆ, ਕਹਿੰਦੇ ਉਸ ਤੱਕ ਇਹ ਸ਼ਬਦ ਅਭਿਆਸ, ਉਸ ਤੱਕ ਪਹੁੰਚ। ਇਹ ਕਰੀ ਜਾ, ਸੁਣ ਦੇ ਵਿੱਚ ਬੈਠੀ ਜਾ, ਰੋਜ਼ ਦਾ ਕੰਮ ਇਹ ਹੈ ਨਿਤਨੇਮ। ਅੰਤਰ ਬਾਹਰ ਇੱਕ ਹੋ ਜਾਣਾ, ਤਾਂ ਹਰ ਨਾਮ ਲਗੈ ਪਿਆਰੋ। ਤਾਂ ਨਾਮ ਦੇ ਨਾਲ ਪਿਆਰ ਲੱਗਦਾ ਹੈ, ਫਿਰ ਨਾਮ ਪ੍ਰਗਟ ਹੁੰਦਾ ਹੈ। ਤੇ ਤੁਸੀਂ ਜਿਹੜੇ ਹੈਗੇ ਆ, ਸੁਖਮਨਾ ਈੜਾ ਪਿੰਗਲਾ ਬੂਝੇ ਜਹਾਂ ਆਪੇ ਅਲਖ ਲਖਾਏ। ਬਸ ਜੋਗੀ ਜਿਹੜੇ ਲੱਗੇ ਹੋਏ ਦਨਾ ਦਨ ਜਿਹੜੇ ਹੈਗੇ, ਆ ਜੀ ਈੜਾ ਹੈਗੀ ਤੇ ਆ ਪਿੰਗਲਾ ਹੈਗੀ, ਆ ਠੰਡੀ ਹੈ ਤੇ ਆ ਗਰਮ ਹੈਗੀ, ਆ ਇਸ ਤਰ੍ਹਾਂ ਹੈਗਾ ਤੇ ਉਹ ਸੁਖਮਨਾ ਪ੍ਰਗਟ ਹੋ ਜਾਂਦੀ ਆ। ਕਹਿੰਦੇ ਇਹਦੀ ਲੋੜ ਨਹੀਂ ਪਊਗੀ ਪਿਆਰਿਓ, ਇਹਦੀ ਲੋੜ ਨਹੀਂ ਪਊਗੀ। ਸੁਖਮਨਾ ਈੜਾ ਪਿੰਗਲਾ ਬੂਝੇ ਜਾਂ ਆਪੇ ਅਲਖ ਲਖਾਏ। ਜਾਦੇ ਤੁਹਾਡੇ ਅੰਦਰ ਉਹ ਅਨੰਤ ਸ਼ਬਦ ਪ੍ਰਗਟ ਹੋ ਗਏ ਤੇ ਮਾਲਕ ਪਰਮਾਤਮਾ ਨੇ ਅਲਖ ਜਿਹੜਾ ਨਹੀਂ ਲਿਖਿਆ ਜਾਂਦਾ ਉਹ ਲੱਖ ਜਾਏਗਾ, ਪ੍ਰਗਟ ਹੋ ਜਾਏਗਾ ਮਾਲਕ ਪਰਮਾਤਮਾ। ਇਹ ਸੁਖਮਨਾ ਈੜਾ ਪਿੰਗਲਾ ਜਿਹੜੇ ਹੈਗੇ ਆ, ਇਹ ਸਾਰੀਆਂ ਸਾਧੀਆਂ ਜਾਣਗੀਆਂ। ਨਾਨਕ ਤਿਹ ਤੇ ਉੱਪਰ ਸਾਚਾ, ਸਤਿਗੁਰ ਸ਼ਬਦੇ ਸਮਾਏ। ਉਹ ਪਿਆਰਿਓ ਸਤਿਗੁਰੂ ਦੇ ਸ਼ਬਦ ਦੇ ਦੁਆਰਾ ਜਿਹੜਾ ਹੈਗਾ ਉਸ ਮਾਲਕ ਦੇ ਵਿੱਚ ਸਮਾ ਜਾਓਗੇ, ਜਿਹੜਾ ਮਾਲਕ ਜਿਹੜਾ ਈੜਾ ਪਿੰਗਲਾ ਸੁਖਮਨਾ ਤੋਂ ਉੱਪਰ ਹੈਗਾ। ਨਾਨਕ ਤਿਹ ਤੇ ਉੱਪਰ ਸਾਚਾ, ਸਤਿਗੁਰ ਸ਼ਬਦੇ ਸਮਾਏ। ਇਹ ਸਾਰੀਆਂ ਸਿੱਧੀਆਂ ਹੋ ਜਾਣਗੀਆਂ, ਸਾਰੀਆਂ ਸਾਧੀਆਂ ਜਾਣਗੀਆਂ ਸਾਰੀਆਂ। ਮਨ ਕਾ ਜਿਉ ਪਵਨ ਕਥੀਲੇ, ਪਵਨ ਕਹਾਂ ਰਸ ਖਾਈ। ਹੁਣ ਇੱਥੇ ਪਵਨ ਆ ਗਏ, ਫਿਰ ਪਵਨ ਆ ਗਿਆ, ਦੇਖ ਲਓ। ਫਿਰ ਇੱਥੇ ਹਵਾ ਕਰਤਾ, ਫਿਰ ਗੜਬੜ ਹੋ ਜਾਏਗੀ। ਮਨ ਕਾ ਜਿਉ ਕਹਿੰਦੇ ਮਨ ਪਤੰਦਰ ਦੇ ਕੋਲ ਕੀ ਹੈਗਾ? ਮਨ ਦੇ ਕੋਲ ਕਿਹੜੀ ਚੀਜ਼ ਹੈ? ਮਨ ਦਾ ਜਿਉ ਜਿਹੜਾ ਹੈਗਾ, ਮਨ ਦੇ ਕੋਲ ਕਿਹੜੀ ਚੀਜ਼ ਹੈਗੀ? ਕਹਿੰਦੇ ਮਨ ਦੇ ਕੋਲ ਤਾਂ ਪਾਏ ਪ੍ਰਾਣ ਸ਼ਕਤੀ ਹੈਗੀ ਆ, ਪ੍ਰਾਣ ਸ਼ਕਤੀ ਹੈ ਮਨ ਦੇ ਕੋਲ। ਤੇ ਕਹਿੰਦੇ ਪਵਨ ਕਹਾਂ ਰਸ ਖਾਈ। ਇਹ ਪ੍ਰਾਣ ਸ਼ਕਤੀ ਨੂੰ ਕੌਣ ਸਪੋਰਟ ਕਰਦਾ ਹੈ ਭਾਈ? ਇਹਦਾ ਭੋਜਨ ਕੀ ਹੈਗਾ? ਪ੍ਰਾਣ ਸ਼ਕਤੀ ਦਾ ਭੋਜਨ ਕੀ ਹੈਗਾ? ਗਿਆਨ ਕੀ ਮੁਦਰਾ ਕਵਨ ਅਵਧੂ, ਸਿੱਧ ਕੀ ਕਵਨ ਕਮਾਈ। ਆਹ ਕੁਐਸਚਨਸ ਹੈਗੇ ਭਾਈ ਉਹਨਾਂ ਦੇ। ਕਹਿੰਦੇ ਅਵਧੂ ਕਹਿ ਰਹੇ ਹੁਣ ਮਹਾਰਾਜ ਨੂੰ, ਗੁਰੂ ਨਾਨਕ ਸਾਹਿਬ ਨੂੰ,
ਕਹਿੰਦੇ ਗਿਆਨ ਕਿਵੇਂ ਪ੍ਰਾਪਤ ਹੁੰਦਾ ਹੈ ਭਾਈ? ਗਿਆਨ ਦੀ ਮੁਦਰਾ ਕੀ ਹੈਗੀ? ਗਿਆਨ ਕਾਹਦੇ ਨਾਲ ਪ੍ਰਾਪਤ ਹੁੰਦਾ ਹੈ? ਗਿਆਨ ਦਾ ਸਾਧਨ ਕੀ ਹੈਗਾ? ਮੁਦਰਾ ਸਾਧਨ। ਇਹ ਮੁਦਰਾ ਕੋਈ ਛਾਪ ਨਹੀਂ ਹੈਗੀ, ਮੁਦਰਾ ਕੋਈ ਜਿਹੜੀ ਹੈਗੀ ਕਰੰਸੀ ਨਹੀਂ ਹੈਗੀ। ਗਿਆਨ ਕੀ ਮੁਦਰਾ ਕਵਨ ਅਵਧੂ ਸਿੱਧ ਕੀ ਕਵਨ ਕਮਾਈ। ਸਿੱਧ ਜਿਹੜਾ ਹੈਗਾ ਉਹਦੀ ਕੀ ਕਮਾਈ ਹੈ ਭਾਈ? ਜਿਹਨੇ ਸਿੱਧੀ ਪ੍ਰਾਪਤ ਕਰ ਲਈ ਉਹਦੀ ਕੀ ਕਮਾਈ ਹੈ? ਬਿਨ ਸ਼ਬਦ ਹੈ ਰਸ ਨਾ ਆਵੇ ਉਦੋਂ ਹਉਮੈ ਪਿਆਸ ਨਾ ਜਾਏ। ਆਨਸਰ ਆ ਗਿਆ। ਕਹਿੰਦੇ ਭਾਈ ਦੇਖ ਲਓ ਉਹ ਸ਼ਬਦ ਅਨਹਦ ਸ਼ਬਦ ਇਹ ਧਿਆਨ ਸਿਮਰਨ ਇਹਦੇ ਬਗੈਰ ਅੰਮ੍ਰਿਤ ਰਸ ਨਹੀਂ ਆਏਗਾ। ਬਿਨ ਸ਼ਬਦ ਰਸ ਨਾ ਆਵੇ ਉਦੋਂ ਹਉਮੈ ਪਿਆਸ ਨਾ ਜਾਏ। ਔਰ ਹਉਮੈ ਵੀ ਨਹੀਂ ਜਾਏਗੀ। ਔਰ ਮਾਇਆ ਦੀ ਜਿਹੜੀ ਹੈਗੀ ਮਨ ਪਤੰਦਰ ਜਿਹੜਾ ਹੈਗਾ ਇਹ ਸਵਾਦਾਂ ਦਾ ਜਿਹੜਾ ਇਹਦਾ ਇਹ ਤ੍ਰਿਸ਼ਨਾ ਵੀ ਨਹੀਂ ਮਿਟਣ ਵਾਲੀ। ਹਉਮੈ ਵੀ ਨਹੀਂ ਜਾਣ ਵਾਲੀ, ਤ੍ਰਿਸ਼ਨਾ ਵੀ ਨਹੀਂ ਜਾਣ ਵਾਲੀ ਅੰਮ੍ਰਿਤ ਰਸ ਤੋਂ ਬਗੈਰ। ਔਰ ਅੰਮ੍ਰਿਤ ਰਸ ਸ਼ਬਦ ਅਭਿਆਸ ਤੋਂ ਬਗੈਰ ਨਹੀਂ ਆਏਗਾ। ਉਹ ਸ਼ਬਦ ਤੋਂ ਬਗੈਰ ਨਹੀਂ ਆਏਗਾ ਜਦ ਤੱਕ ਉਹ ਸ਼ਬਦ ਦੇ ਨਾਲ ਨਹੀਂ ਜੁੜਦੇ, ਸ਼ਬਦ ਅੰਦਰ ਪ੍ਰਗਟ ਨਹੀਂ ਹੁੰਦਾ। ਬਿਨ ਸ਼ਬਦ ਹੈ ਰਸ ਨਾ ਆਵੇ ਉਦੋਂ ਹਉਮੈ ਪਿਆਸ ਨਾ ਜਾਏ। ਇਹ ਉਹਨਾਂ ਨੂੰ ਜਵਾਬ ਦੇ ਰਹੇ ਮਹਾਰਾਜ। ਸ਼ਬਦੇ ਰਤੇ ਅੰਮ੍ਰਿਤ ਰਸ ਪਾਇਆ ਸਾਚੇ ਰਹੇ ਅਗਾਈ। ਬਸ ਸ਼ਬਦ ਦੇ ਵਿੱਚ ਰੱਤੇ ਗਏ, ਕਹਿੰਦੇ ਵਿਚਾਰ ਬੰਦ ਹੋ ਗਏ, ਬੰਨ ਲਗਾ ਲਿਆ, ਅੰਮ੍ਰਿਤ ਰਸ ਆ ਗਿਆ ਅੰਦਰ, ਰਸ ਆ ਗਿਆ ਅੰਦਰ, ਅੰਮ੍ਰਿਤ ਆ ਗਿਆ, ਅਮਰ ਹੋ ਗਿਆ। ਸੱਚ ਦੇ ਨਾਲ ਅਗਾ ਗਏ, ਰੱਜ ਗਏ, ਤ੍ਰਿਪਤ ਹੋ ਗਏ, ਤ੍ਰਿਸ਼ਨਾ ਵੀ ਖਤਮ ਹੋ ਗਈ, ਹਉਮੈ ਵੀ ਚਲੀ ਗਈ। ਕਵਨ ਬੁੱਧ ਜਿਤ ਅਸਥਿਰ ਹੋ ਰਹੀ ਹੈ ਕਿਤ ਭੋਜਨੇ ਤ੍ਰਿਪਤਾਸੈ। ਫਿਰ ਕੁਐਸਚਨ ਹੈ, ਕਹਿੰਦੇ ਉਹ ਕਿਹੜੀ ਬੁੱਧੀ ਹੈ ਭਾਈ, ਕਿਹੜੀ ਮੱਤ ਹੈਗੀ ਜਿਹਦੇ ਨਾਲ ਕਿ ਮਨ ਖੜਾ ਹੋ ਜਾਏ। ਮਨ ਜਿਹੜਾ ਹੈਗਾ ਪਤੰਦਰ ਜਿਹੜਾ ਹੈਗਾ ਇਹ ਸਵਾਦਾਂ ਤੋਂ, ਇਹ ਆਕਾਰ ਤੋਂ, ਇਹ ਰੂਪ ਤੋਂ ਜਿਹੜਾ ਹੈਗਾ, ਇਹ ਅਵਗੁਣਾ ਤੋਂ ਜਿਹੜਾ ਹੈਗਾ, 9 ਦਰਵਾਜ਼ਿਆਂ ਤੋਂ ਜਿਹੜਾ ਹੈਗਾ ਜਾਣੋ ਬੰਦ ਹੋ ਜਾਏ। 9 ਦਰਵਾਜ਼ਿਆਂ ਦੇ ਇਹਦੇ ਥਰੂ ਰਸ ਲੈਣੇ ਬੰਦ ਹੋ ਜਾਏ, ਪਦਾਰਥਾਂ ਦੇ ਰਸ। ਕਵਨ ਬੁੱਧ ਕਿਹੜੀ ਬੁੱਧੀ ਹੈ ਉਹ ਜਿਤ ਅਸਥਿਰ ਹੋ ਰਹੀ ਹੈ। ਜੇ ਹੁਣ ਅਸਥਿਰ ਨੂੰ ਜਿਹੜਾ ਹੈਗਾ ਆਪਾਂ ਇਹਦੇ ਕਹੀਏ ਕਿ ਵਿਚਲਿਤ ਰਹੇ ਤੇ ਫਿਰ ਤਾਂ ਉਹਦਾ ਪਰਪਸ ਹੀ ਕੀ ਹੈਗਾ ਭਾਈ। ਕਵਨ ਬੁੱਧ ਜਿਤ ਅਸਥਿਰ ਰਹੀ ਹੈ ਕਿਤ ਭੋਜਨੇ ਤ੍ਰਿਪਤਾਸੇ। ਕਿਹੜਾ ਭੋਜਨ ਹੈ ਭਾਈ ਜਿਹਦੇ ਨਾਲ ਕਿ ਤ੍ਰਿਪਤੀ ਹੋ ਜਾਏ ਇਹਦੀ। ਨਾਨਕ ਦੁੱਖ ਸੁੱਖ ਸਮ ਕਰ ਜਾਪਾ ਸਤਿਗੁਰ ਤੇ ਕਾਲ ਨਾ ਗਰਾਸਾ। ਕਹਿੰਦੇ ਭਾਈ ਆ ਸਤਿਗੁਰੂ ਦੀ ਮੱਤ ਲੈਣੀ ਪਊਗੀ ਭਾਈ। ਇਹਦੇ ਵਾਸਤੇ ਤਾਂ ਸਤਿਗੁਰੂ ਨੂੰ ਕੰਸਲਟ ਕਰਨਾ ਪਊਗਾ ਭਾਈ। ਸਤਿਗੁਰੂ ਦੇ ਕੋਲ ਹੈ ਇਹਦਾ ਜਵਾਬ, ਉਹ ਲੈਣਾ ਪਊਗਾ। ਸਤਿਗੁਰੂ ਦੀ ਮੱਤ ਲੈਣੀ ਪਊਗੀ ਔਰ ਚੰਗੀ ਤਰ੍ਹਾਂ ਜਿਹੜਾ ਸਮਝਣੀ ਵੀ ਪਊਗੀ। ਉੱਥੇ ਸਮਾਂ ਵੀ ਦੇਣਾ ਪਊਗਾ, ਉੱਥੇ ਸਵਾਸ ਲਾਉਣੇ ਪੈਣੇ ਆ। ਖਾਲੀ ਜਿਹੜਾ ਹੈਗਾ ਪਾਠ ਕਰਕੇ ਨਹੀਂ ਲੰਘਾਉਣਾ। ਨਿਤਨੇਮ ਹੋ ਗਿਆ ਜੀ, ਹੋ ਗਿਆ ਸਾਡਾ ਜਿਹੜਾ ਹੈਗਾ ਪਰਮਾਤਮਾ ਦਾ ਅਲੰਭਾ ਲਾ ਦਿੱਤਾ। ਹੁਣ ਨਾਨਕ ਦੁੱਖ ਸੁੱਖ ਸਮ ਕਰ ਜਾਪੇ। ਦੁੱਖ ਆਏ ਸੁੱਖ ਆਏ ਸਮ ਕਰਕੇ ਜਿਹੜਾ ਹੈਗਾ ਇਹ ਭਗਤੀ ਜਿਹੜੀ ਹੈਗੀ ਕਰੀ ਜਾਣੀ ਹੈ। ਇਹਦੇ 'ਚ ਨਾਗਾ ਨਹੀਂ ਪੈਣਾ ਹੋਣਾ ਚਾਹੀਦਾ। ਸਤਿਗੁਰ ਤੇ ਕਾਲ ਨਾ ਗਰਾਸੇ। ਔਰ ਗੁਰੂ ਨੂੰ ਜਿਹੜਾ ਹੈਗਾ ਹਮੇਸ਼ਾ ਹਰ ਰੋਜ਼ ਜਿਹੜਾ ਹੈਗਾ ਸਤਿਗੁਰੂ ਦੇ ਕੋਲ ਬੈਠਣਾ ਹੈ, ਤਾਂ ਇਹ ਕਾਲ ਨਹੀਂ ਗਰਾਸੇਗਾ ਪਾਏ। ਜੇ ਸਤਿਗੁਰੂ ਦੇ ਅਨੁਸਾਰ ਚੱਲਾਂਗੇ ਆਪਾਂ ਤੇ ਸੁੱਖ ਤੇ ਦੁੱਖ ਜਿਹੜਾ ਹੈਗਾ ਦੋਨਾਂ ਦੇ ਵਿੱਚ ਉਹ ਧਿਆਨ ਸਿਮਰਨ ਕਰਾਂਗੇ, ਆਪਣੇ ਵਿਚਾਰ ਬੰਦ ਕਰਾਂਗੇ। ਨਾਨਕ ਦੁੱਖ ਸੁੱਖ ਸਮ ਕਰ ਜਾਪੈ ਸਤਿਗੁਰ ਤੇ ਕਾਲ ਨਾ ਗਰਾਸੈ। ਤਾਂ ਪਾਇਓ ਕਾਲ ਦਾ ਬੱਕਰਾ ਨਹੀਂ ਬਣਾਂਗੇ ਆਪਾਂ, ਬਲੀ ਦਾ ਬੱਕਰਾ। ਨਹੀਂ ਤਾਂ ਜਿਹੜੇ ਆਉਣੇ ਆ ਆਪਾਂ ਮਨੁੱਖਾ ਜੂਨ, ਇਹ ਕਾਲ ਦੇ ਹਵਾਲੇ ਚਲੇ ਜਾਂਦੀ। ਰੰਗ ਨਾ ਰਾਤਾ ਰਸ ਨਹੀਂ ਮਾਤਾ ਬਿਨ ਗੁਰ ਸ਼ਬਦੇ ਜਲ ਬਲ ਧਾਤਾ। ਕਹਿੰਦੇ ਨਹੀਂ ਗੁਰੂ ਦੀ ਮੱਤ ਲਈ, ਨਹੀਂ ਜਿਹੜਾ ਹੈਗਾ ਪਰਮੇਸ਼ਰ ਦੇ ਰੰਗ ਦੇ ਵਿੱਚ, ਭਗਤੀ ਰੰਗ ਦੇ ਵਿੱਚ ਰੰਗਿਆ ਗਿਆ, ਰਸ ਨਹੀਂ ਆਇਆ, ਰਸ ਦੇ ਵਿੱਚ ਨਹੀਂ ਮੱਥਿਆ ਗਿਆ, ਫਿਰ ਤਾਂ ਪਾਏ ਉਹ ਸ਼ਬਦ ਵੀ ਪ੍ਰਗਟ ਨਹੀਂ ਹੋਇਆ। ਤੇ ਫਿਰ ਇੰਨੀ ਉਮਰ ਲੰਘ ਗਈ ਆ ਤੇ ਕੀ ਹੋਇਆ ਉਹਦਾ ਉਮਰ ਦਾ? ਕਹਿੰਦੇ ਜਲ ਗਿਆ, ਬਲ ਗਿਆ,
ਤੇ ਤ੍ਰਿਸ਼ਨਾ ਦੇ ਸੜਦਾ ਰਹਿ ਗਿਆ, ਤੱਤਾ ਰਹਿ ਗਿਆ, ਸਵਾਦ ਬਰਕਰਾਰ ਹੈ ਸਾਰਾ। ਮਨ ਜਿਹੜਾ ਪਤੰਦਰ ਉਸੇ ਸਵਾਦਾਂ ਦੇ ਵਿੱਚ ਬਰਕਰਾਰ, ਕਾਰਨ ਸਰੀਰ ਪੂਰਾ ਮਨ ਜਵਾਨ ਹੈ। ਬਿਨ ਗੁਰ ਸ਼ਬਦ ਹੈ ਜਲ ਬਲ ਤਾਤਾ, ਜਲ ਗਿਆ, ਬਲ ਗਿਆ ਤ੍ਰਿਸ਼ਨਾ ਦੇ ਨਾਲ, ਔਰ ਤੱਤਾ ਰਹਿ ਗਿਆ, ਤਪਸ਼ ਰਹਿ ਗਈ। ਰੰਗ ਨਾ ਰਾਤਾ ਰਸ ਨਹੀਂ ਮਾਤਾ, ਬਿਨ ਗੁਰ ਸ਼ਬਦ ਜਲ ਬਲ ਤਾਤਾ। ਬਿੰਦ ਨਾ ਰਾਖਿਆ ਸ਼ਬਦ ਨਾ ਭਾਖਿਆ। ਉਹ ਪਿਆਰਿਓ ਸਿੱਧੋ, ਤੁਸੀਂ ਲੰਗੋਟੇ ਕਸੇ ਹੋਇਆ, ਤੁਸੀਂ ਜਿਹੜੇ ਹੈਗੇ, ਤੁਸੀਂ ਕਹਿੰਦੇ ਅਸੀਂ ਤਾਂ ਜੀ ਬਿਲਕੁਲ ਜਿਹੜਾ ਹੈਗਾ ਇੰਦਰੀਆਂ ਤੇ ਕੰਟਰੋਲ ਹੈਗਾ ਸਾਡਾ, ਕਾਮ ਤੇ ਕੰਟਰੋਲ ਹੈਗਾ। ਕਹਿੰਦੇ ਕੰਟਰੋਲ ਹੈਗਾ ਤੁਹਾਡਾ, ਕੀ ਪ੍ਰਾਪਤ ਹੋਇਆ ਤੁਹਾਨੂੰ ਕੰਟਰੋਲ ਕਰਕੇ? ਇਹ ਜ਼ਬਰਦਸਤੀ ਕੰਟਰੋਲ ਕਰਕੇ ਕੀ ਮਿਲਿਆ ਤੁਹਾਨੂੰ? ਕਹਿੰਦੇ ਇਹ ਤਾਂ ਕੋਈ ਕੰਟਰੋਲ ਨਹੀਂ ਹੈ, ਇਹ ਤਾਂ ਕੋਈ ਕੰਟਰੋਲ ਨਹੀਂ ਹੈ। ਇਹ ਕਾਹਦਾ ਕੰਟਰੋਲ ਹੈ, ਕਾਹਦਾ ਸੰਜਮ ਹੈਗਾ ਤੁਹਾਨੂੰ ਪ੍ਰਾਪਤੀ ਕੀ ਹੋਈ ਆ? ਬਸ ਸਰੀਰ ਤੁਹਾਡਾ ਨਿਰੋਗ ਹੋ ਗਿਆ, ਉਹਦੇ ਨਾਲ ਕੀ ਮਿਲਿਆ? ਕੀ ਆ? ਆਪਾਂ ਐਕਸਰਸਾਈਜ਼ ਕਰ ਲਓ, ਜੋ ਮਰਜ਼ੀ ਕਰ ਲਓ, ਸਰੀਰ ਨਿਰੋਗ ਹੈਗਾ ਤੇ ਪ੍ਰਾਪਤੀ ਕੀ ਹੈਗੀ ਭਾਈ? ਸਰੀਰ ਨੇ ਤਾਂ ਖਤਮ ਹੋ ਜਾਣਾ ਹੈ, ਨਸ਼ਟ ਹੋ ਜਾਣਾ ਹੈ। ਇਹ ਤਾਂ ਟਾਈਮ ਬੀਇੰਗ ਹੈ, ਇਹ ਤਾਂ ਵਿਦਿਨ ਫਰੇਮ ਹੈ, ਸਮੇਂ ਦੀ ਫਰੇਮ ਦੇ ਵਿੱਚ। ਬਿੰਦ ਨਾ ਰਾਖਿਆ ਸ਼ਬਦ ਨਾ ਪਾਕਿਆ। ਕਹਿੰਦੇ ਨਹੀਂ, ਕੱਖ ਨਹੀਂ ਕੀਤਾ ਜੇ ਤੁਸੀਂ ਸ਼ਬਦ ਨਹੀਂ ਪਾਕਿਆ, ਧਿਆਨ ਸਿਮਰਨ ਨਹੀਂ ਕੀਤਾ, ਤੇ ਕਹੇ ਜੇ ਕਾਹਦਾ ਬਿੰਦ ਰੱਖਿਆ, ਕਾਹਦਾ ਤੁਸੀਂ ਸੰਜਮ ਕੀਤਾ? ਕੀ ਪ੍ਰਯੋਜਨ ਕੀ ਹੈਗਾ ਇਹਦਾ? ਪਵਨ ਨਾ ਸਾਧਿਆ ਸੱਚ ਨਾ ਆਰਾਧਿਆ। ਕਾਦੀ ਤੁਸੀਂ ਜਿਹੜੇ ਹੈਗੇ ਪ੍ਰਾਣ ਸ਼ਕਤੀ ਜਿਹੜੀ ਹੈਗੀ ਉੱਪਰ, ਜਿਹੜੇ ਦਸਮ ਦੁਆਰ ਦੇ ਉੱਤੇ ਜਿਹੜਾ ਰੇਚਕ ਕੁੰਭਕ ਪੂਰਕ ਜਿਹੜਾ ਹੈਗਾ ਉਹਦੇ ਨਾਲ ਲੈ ਕੇ ਜਾ ਰਹੇ ਹੋ। ਇੰਨੇ ਜਿਹੜਾ ਪਸੀਨੋ ਪਸੀਨੇ ਹੋ ਰਹੇ ਹੋ ਤੁਸੀਂ, ਜਿਹੜਾ ਹੈਗਾ ਇੰਨਾ ਜਿਹੜਾ ਹੈਗਾ ਆਪਣੇ ਨੱਕ ਦੇ ਵਿੱਚ ਜਿਹੜਾ ਹੈਗਾ ਉਹ ਘੁਮਾ ਰਹੇ ਹੋ, ਉਹ ਡੋਰੀ ਜਿਹੜੀ ਹੈਗੀ ਨੱਕ ਸਾਫ਼ ਕਰ ਰਹੇ ਹੋ, ਈੜਾ ਪਿੰਗਲਾ ਸਮ ਕਰ ਰਹੇ ਹੋ ਤੁਸੀਂ ਸਾਰੇ ਜਿਹੜੇ ਹੈਗੇ, ਇੰਦਰੀਆਂ ਨੂੰ ਘੁਮਾ ਰਹੇ ਹੋ। ਇੰਦਰੀਆਂ ਜਿਹੜੀਆਂ ਹੈਗੀਆਂ ਉਹਨਾਂ ਦੇ ਵਿੱਚ ਲੀਰ ਲੈ ਕੇ ਜਾਂਦੇ ਹੋ। ਕਾਹਦੇ ਵਾਸਤੇ? ਪਵਨ ਨਾ ਸਾਧਿਆ ਸੱਚ ਨਾ ਆਰਾਧਿਆ। ਤੁਸੀਂ ਪ੍ਰਾਣ ਸ਼ਕਤੀ ਜਿਹੜੀ ਹੈਗੀ ਆ ਇਹਨੂੰ ਤਾਂ, ਇਹ 9 ਦਰਵਾਜ਼ਿਆਂ ਤੋਂ ਤਾਂ ਇਹਨਾਂ ਨੂੰ ਸਾਧਿਆ ਨਹੀਂ, ਸੱਚ ਨੂੰ ਤੇ ਸੱਚ ਦੇ ਨਾਲ ਤਾਂ ਤੁਸੀਂ ਆਰਾਧਿਆ ਨਹੀਂ, ਧਿਆਨ ਸਿਮਰਨ ਤਾਂ ਕੀਤਾ ਨਹੀਂ। ਅਕਥ ਕਥਾ ਲੈ ਸਮ ਕਰ ਰਹਿ, ਆਇਆ ਕਥ ਕਥਾ ਪਾਏ। ਇਹਦੇ ਨਾਲ ਸਮ ਰਹਿਣਾ ਹੈ, ਸਮ ਦੁੱਖ ਔਰ ਸੁੱਖ ਦੇ ਵਿੱਚ। ਇਹ ਧਿਆਨ ਸਿਮਰਨ ਦੇ ਦੁਆਰਾ, ਇਹ ਵਿਚਾਰ ਬੰਦ ਕਰਨ ਦੇ ਦੁਆਰਾ, ਸੁਣਨ ਦੇ ਵਿੱਚ ਜਾਣ ਦੇ ਦੁਆਰਾ। ਤਾਉ ਨਾਨਕ ਆਤਮ ਰਾਮ ਕੋ ਲਹੈ। ਤਾਂ ਭਾਈ ਆਤਮਾ ਦੇ ਵੱਲ ਨੂੰ ਆਤਮ ਰਾਮ, ਆਤਮ ਦਰਸ਼ਨ ਹੁੰਦੇ ਆ, ਤਾਂ ਆਤਮ ਦਰਸ਼ਨ ਹੁੰਦੇ ਆ। ਤਾਉ ਹੋਰ ਕੋਈ ਤਰੀਕਾ ਨਹੀਂ ਹੈ ਤੁਹਾਡਾ। ਇਹ ਸਾਰਾ ਸੰਜਮ, ਇਹ ਦੁਨੀਆ ਛੱਡ ਕੇ, ਘਰ ਗ੍ਰਸਤੀ ਛੱਡ ਕੇ, ਟੱਬਰ ਛੱਡ ਕੇ, ਜੰਗਲਾਂ ਦੇ ਵਿੱਚ ਭਟਕ ਕੇ, ਕੰਦ ਮੂਲ ਖਾ ਕੇ, ਉਹਦਾ ਫਨ ਕੀ ਹੈ, ਪਰਪਸ ਕੀ ਹੈਗਾ? ਗੁਰ ਪ੍ਰਸਾਦੀ ਰੰਗੇ ਰਾਤਾ, ਅੰਮ੍ਰਿਤ ਪੀਆ ਸਾਚੇ ਮਾਤਾ। ਆਇਆ ਕਹਿੰਦੇ ਗੁਰੂ ਦਾ ਪ੍ਰਸਾਦ, ਜਿਨ੍ਹਾਂ ਨੇ ਗੁਰੂ ਦੇ ਅਨੁਸਾਰ ਚੱਲ ਪਏ ਉਹ ਰੰਗ ਦੇ ਵਿੱਚ ਰੰਗੇ ਗਏ। ਉਹਨਾਂ ਨੇ ਸਾਧ ਲਿਆ, ਉਹਨਾਂ ਨੇ ਪਵਨ ਨੂੰ ਸਾਧ ਲਿਆ, ਉਹ ਸੱਚ ਦੇ ਵਿੱਚ ਮੱਤੇ ਗਏ, ਅੰਮ੍ਰਿਤ ਪੀ ਲਿਆ ਉਹਨਾਂ ਨੇ। ਗੁਰ ਪ੍ਰਸਾਦੀ ਰੰਗੇ ਰਾਤਾ, ਅੰਮ੍ਰਿਤ ਪੀਆ ਸਾਚੇ ਮਾਤਾ। ਸਾਚੇ ਦੇ ਵਿੱਚ ਮੱਤਿਆ ਗਿਆ ਉਹ। ਗੁਰ ਵਿਚਾਰੀ ਅਗਨ ਨਿਵਾਰੀ। ਜਿਨ੍ਹਾਂ ਨੇ ਆ ਪ੍ਰੈਕਟੀਕਲ ਕਰ ਲਿਆ, ਉਹਨਾਂ ਨੇ ਗੁਰੂ ਨੂੰ ਵਿਚਾਰ ਲਿਆ, ਗੁਰੂ ਨੂੰ ਵਿਚਾਰ ਲਿਆ ਤੇ ਪ੍ਰੈਕਟੀਕਲ ਕਰ ਲਿਆ ਤੇ ਤ੍ਰਿਸ਼ਨਾ ਦੀ ਅੱਗ ਖਤਮ ਹੋ ਗਈ। ਇਸ ਤਰ੍ਹਾਂ ਜਾਂਦੀ ਹੈ ਤ੍ਰਿਸ਼ਨਾ ਦੀ ਅੱਗ, ਇਸ ਤਰ੍ਹਾਂ ਮਨ ਜਿਹੜਾ ਹੈਗਾ ਹਟਦਾ ਹੈ। ਅਪਿਓ ਪੀਓ ਆਤਮ ਸੁਖ ਧਾਰੀ। ਉਹਨਾਂ ਨੇ ਅੰਮ੍ਰਿਤ ਪੀ ਲਿਆ, ਅਪਿਓ ਅੰਮ੍ਰਿਤ, ਆਤਮਿਕ ਸੁਖ ਮਿਲ ਗਿਆ ਉਹਨੂੰ, ਆਤਮ ਸੁਖ ਦੇ ਧਾਰਨੀ ਹੋ ਗਏ ਉਹ। ਕੀ ਕੀਤਾ ਉਹਨਾਂ ਨੇ? ਸੱਚ ਆਰਾਧਿਆ, ਗੁਰਮੁਖੇ ਤਰ ਤਾਰੀ। ਗੁਰੂ ਦੇ ਰਾਹੀਂ ਤਾਰੀ ਲਾਈ, ਤਰ ਗਏ ਉੱਪਰ ਤਾਰੀ। ਬਾਕੀ ਜਿਹੜੇ ਹੈਗੇ ਕੀ ਕੀਤਾ ਉਹਨੇ? ਬਾਕੀ ਕੀ ਕਰਦੇ ਆ? ਡੁੱਬ ਜਾਂਦੇ ਆ ਭਾਈ ਸੰਸਾਰ ਸਮੁੰਦਰ ਦੇ ਵਿੱਚ। ਸੱਚ ਆਰਾਧਿਆ, ਗੁਰਮੁਖੇ ਤਰ ਤਾਰੀ।
ਨਾਨਕ ਬੂਝੈ ਕੋ ਵਿਚਾਰੀ। ਕਹਿੰਦੇ ਇਹਨੂੰ ਕੋਈ ਜਿਹੜਾ ਹੈਗਾ ਭਾਈ ਕੋਈ ਟਾਵਾਂ ਕੋਈ ਵਿਚਾਰਵਾਨ ਜਿਹੜਾ ਹੈਗਾ ਉਹੀ ਬੁੱਝਦਾ ਹੈ। ਕੋਈ ਵਿਚਾਰਵਾਨ ਕੋਈ ਟਾਵਾਂ ਬੁਝੇ ਕੋ ਵਿਚਾਰੀ, ਨਹੀਂ ਤਾਂ ਨਹੀਂ ਬੁੱਝਣਾ ਭਾਈ। ਬਸ ਗਿਆਨ ਲੈ ਲਿਆ, ਗਿਆਨ ਲੈ ਕੇ ਪਾਸੇ ਹੋ ਗਏ, ਖਤਮ, ਉੱਥੇ ਹੀ ਛੱਡਤਾ। ਮੈਂ ਤਾਂ ਸੋਚਿਆ ਸੀਗਾ ਅੱਜ ਸਿੱਧ ਗੋਸ਼ਟ ਹੋ ਜਾਏਗੀ, ਪਰ ਨਹੀਂ। ਚਲੋ ਤ੍ਰੇਟ ਹੋ ਗਏ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀਓ। ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਜਿਉਂ ਜਿਉਂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜਿਉਂ ਜਿਉਂ ਸਿੱਧ ਗੋਸ਼ਟ ਜਿਹੜੀ ਹੈਗੀ ਹੈ ਨਾ ਅੱਗੇ ਅੱਗੇ ਵੱਧ ਰਹੀ ਹੈ ਤੇ ਉੱਪਰ ਚੜਾਈ ਹੋਈ ਜਾ ਰਹੀ ਹੈ। ਦੇਖ ਲਓ ਇੰਨੀ ਹੈਗੀ ਸਿੱਧ ਗੋਸ਼ਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡੂੰਘੇ ਗੋਤਿਆਂ 'ਚ ਲਿਜਾਈ ਜਾ ਰਹੇ ਹੋ ਤੁਸੀਂ। ਬਸ ਮਾਲਕ ਹੀ ਆ ਵੀ ਮਿਹਰ ਕਰ ਰਹੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ। ਆ ਜਿਹੜਾ ਅੱਖਰ ਬੋਲਦੇ ਆ ਵਾਹਿਗੁਰੂ, ਇਹਨੇ ਉਸ ਅਨਹਦ ਸ਼ਬਦ ਦੇ ਨਾਲ ਜੋੜ ਦੇਣਾ ਆਪਾਂ ਨੇ। ਬਸ ਇਹ ਬੋਲ ਕੇ ਇਹ ਬੋਲਣਾ ਹੈ ਤੇ ਉਹਦੇ ਨਾਲ ਜੁੜ ਜਾਣਾ ਚਾਹੀਦਾ ਹੈ। ਵਾਹਿਗੁਰੂ ਵਾਹਿਗੁਰੂ